ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, ਸੀ ਟੈਟ, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਵਾਰਤਕ ਭਾਗ ਦਾ ਟੌਪਿਕ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪਾਰਟ ਨੰਬਰ 2 ਡਿਸਕਸ ਕਰਾਂਗੇ, ਜੋ ਤੁਹਾਨੂੰ ਪੰਜਾਬੀ ਮਾਸਟਰ ਕੇਡਰ ਅਤੇ NTA NET ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ ਇਸ ਤੋਂ ਪਹਿਲਾਂ ਫਸਟ ਪਾਰਟ ਜਿਹੜਾ ਹੈ ਉਹ ਅਪਲੋਡ ਕੀਤਾ ਹੋਇਆ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਉਹ ਤੁਹਾਡੇ ਲਈ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ। ਸੋ ਫਸਟ ਪਾਰਟ ਦੇ ਵਿੱਚ ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਜਨਮ ਅਤੇ ਉਹਨਾਂ ਦੇ ਜਨਮ ਸਥਾਨ ਬਾਰੇ, ਮਾਤਾ ਪਿਤਾ ਬਾਰੇ ਅਤੇ ਉਹਨਾਂ ਦੀ ਐਜੂਕੇਸ਼ਨ ਅਤੇ ਸਨਮਾਨ ਬਾਰੇ ਆਪਾਂ ਡਿਸਕਸ ਕਰ ਲਿਆ ਸੀਗਾ। ਸੋ ਅਗਲਾ ਪਾਰਟ ਜਿਹੜਾ ਹੈ ਅੱਜ ਦਾ ਆਪਣਾ ਬੁੱਕਸ ਵਾਲਾ ਹੈ। ਸੋ ਉਹਨਾਂ ਦੇ ਦੁਆਰਾ ਕਿਹੜੀਆਂ-ਕਿਹੜੀਆਂ ਰਚਨਾਵਾਂ ਲਿਖੀਆਂ ਗਈਆਂ, ਉਹਨਾਂ ਦੇ ਵਿੱਚ ਕਿਹੜੇ ਵਿਸ਼ੇ ਰਹੇ ਨੇ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ, ਅਤੇ ਉਹਨਾਂ ਦੇ ਵਿੱਚ ਅੱਗੇ ਕਿਹੜੇ-ਕਿਹੜੇ ਲੇਖ ਜਾਂ ਨਿਬੰਧ ਜਿਹੜੇ ਨੇ ਉਹ ਸ਼ਾਮਲ ਨੇ, ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਅੱਜ ਸਮਝਾਂਗੇ। ਤਾਂ ਸ਼ੁਰੂਆਤ ਕਰਾਂਗੇ ਗੁਰਬਖਸ਼ ਸਿੰਘ ਦੀਆਂ ਪ੍ਰੀਤਲੜੀ ਦੀਆਂ ਵਾਰਤਕ ਰਚਨਾਵਾਂ। ਸੋ ਵਾਰਤਕ ਦੇ ਵਿੱਚ ਕਿਹੜੀ ਰਚਨਾ ਸਭ ਤੋਂ ਪਹਿਲਾਂ ਆਉਂਦੀ ਹੈ ਉਹਨਾਂ ਦੀ? ਸੋ ਪਹਿਲੀ ਰਚਨਾ ਹੈ ਉਹਨਾਂ ਦੀ ਪ੍ਰੀਤਮਾਰਗ, ਜੋ ਕਾਫੀ ਇੰਪੋਰਟੈਂਟ ਸੀਗੀ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਭ ਤੋਂ ਪਹਿਲੀ ਰਚਨਾ ਮੰਨੀ ਜਾਂਦੀ ਹੈਗੀ ਪ੍ਰੀਤਮਾਰਗ। ਸੋ ਪ੍ਰੀਤਮਾਰਗ ਰਚਨਾ ਦਾ ਜਿਹੜਾ ਪ੍ਰਕਾਸ਼ਨ ਹੈ ਜਾਂ ਪ੍ਰਕਾਸ਼ਿਤ ਹੋਣ ਦੀ ਜਿਹੜੀ ਡੇਟ ਹੈ ਉਹ 1936 ਦੇ ਵਿੱਚ ਹੈ। ਸੋ ਉਹਨਾਂ ਨੇ 1936 ਦੇ ਵਿੱਚ ਪ੍ਰੀਤਮਾਰਗ ਨਾਂ ਦੀ ਜਿਹੜੀ ਪੁਸਤਕ ਹੈ ਉਹ ਲਿਖੀ ਸੀਗੀ, ਅਤੇ ਉਸ ਵਕਤ ਜਾਂ ਉਸ ਟਾਈਮ ਦੇ ਵਿੱਚ ਜਿਹੜੇ ਲੇਖਕ ਸੀਗੇ ਉਹ ਨੌਸ਼ਹਿਰੇ ਦੇ ਵਿੱਚ ਨਿਵਾਸ ਕਰਦੇ ਸੀ, ਯਾਨੀ ਕਿ ਉਸ ਸਥਾਨ ਤੋਂ ਇਹਨਾਂ ਨੇ ਇਸ ਪੁਸਤਕ ਦੀ ਰਚਨਾ ਕੀਤੀ ਸੀਗੀ। ਅਤੇ ਇਸ ਦੇ ਵਿੱਚ ਕੁੱਲ 30 ਲੇਖ ਜਿਹੜੇ ਨੇ ਉਹ ਸ਼ਾਮਲ ਨੇ, ਜਿਹੜੇ ਕਿ ਇਸ ਮਾਰਗ ਦੇ ਨਾਲ ਸੰਬੰਧਿਤ ਨੇਗੇ, ਪ੍ਰੀਤ ਮਾਰਗ ਦੇ ਨੇ। ਔਰ ਲੇਖਕ ਨੇ ਇਹਨਾਂ ਨੂੰ 4 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਹੈ, ਜਿਹਦੇ ਆਧਾਰ 'ਤੇ ਇਸ ਪੂਰੀ ਪੁਸਤਕ ਨੂੰ ਪੜ੍ਹਿਆ ਜਾ ਸਕਦਾ ਹੈ। ਸੋ 4 ਭਾਗ ਹੈਗੇ ਨੇ: ਜੀਵਨ ਦੀ ਸਾਰ, ਜੀਵਨ ਦੇ ਸਾਧਨ, ਜੀਵਨ ਦੇ ਸੰਬੰਧ ਅਤੇ ਜੀਵਨ ਦੀ ਪੂਰਨਤਾ। ਸੋ ਇਹਨਾਂ ਦੇ ਵਿੱਚ 4 ਭਾਗਾਂ ਦੇ ਵਿੱਚ ਵੰਡਿਆ ਹੈ। ਸੋ ਇਹਨਾਂ 4 ਪਾਰਟਾਂ ਦੇ ਅੱਗੇ ਜਿਹੜੇ ਸਬ ਪਾਰਟ ਬਣਦੇ ਨੇ, ਜਿਨ੍ਹਾਂ ਦੇ ਵਿੱਚ ਲੇਖ ਜਿਹੜੇ ਆ ਉਹ ਸ਼ਾਮਲ ਨੇ। ਟੋਟਲ ਜਿਹੜੇ ਆ ਉਹ 30 ਲੇਖ ਬਣ ਜਾਂਦੇ ਹੈਗੇ ਨੇ, ਜੋ ਕਿ ਇਹਨਾਂ 4 ਭਾਗਾਂ ਦੇ ਵਿੱਚ ਵੰਡੇ ਜਾਂਦੇ ਹੈਗੇ ਨੇਗੇ। ਪੁਸਤਕ ਦੀ ਭੂਮਿਕਾ ਦੇ ਵਿੱਚ ਜਿਹੜਾ ਲੇਖਕ ਆ ਉਹ ਲਿਖਦਾ ਹੈ ਕਿ ਇਹਨਾਂ ਲੇਖਾਂ ਦੇ ਵਿੱਚ ਕਿਸੇ ਸਮੁੱਚੀ ਸੱਚਾਈ ਦਾ ਉਹ ਦਾਅਵਾ ਨਹੀਂ ਕਰਦਾ। ਸੋ ਉਹਦੇ ਵਿੱਚ ਸਿਰਫ ਅਤੇ ਸਿਰਫ ਉਸਨੇ ਇੱਕ ਹਮਦਰਦ ਦਿਲ ਦੀ ਦੂਜਿਆਂ ਨੂੰ ਆਪਣੀ ਝਾਤੀ ਦੱਸਣ ਦੀ ਜਿਹੜੀ ਚਾਹ ਨੂੰ ਪੇਸ਼ ਕੀਤਾ ਹੈ। ਇਹਦੇ ਵਿੱਚ ਕੋਈ ਸੱਚਾਈ ਦਾ ਉਹ ਦਾਅਵਾ ਨਹੀਂ ਕਰਦਾ ਕਿ ਇਸ ਦੇ ਵਿੱਚ ਸੱਚਮੁੱਚ ਸੱਚਾਈ ਹੈ। ਉਹਨੇ ਆਪਣੇ ਦਿਲ ਨੂੰ ਜਿਹੜਾ ਹੈ ਦੂਸਰਿਆਂ ਸਾਹਮਣੇ ਖੋਲ੍ਹਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈਗੀ। ਓਕੇ, ਸੋ ਇਸ ਪੁਸਤਕ ਦੇ ਵਿੱਚ 30 ਲੇਖ ਨੇ, ਜਿਨ੍ਹਾਂ ਦਾ ਵੇਰਵਾ ਆਪਾਂ ਇਸ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਸੋ ਪਹਿਲਾ ਪਾਰਟ ਸੀ, ਪਹਿਲਾਂ ਦੱਸ ਚੁੱਕਿਆ ਹਾਂ ਕਿ 4 ਪਾਰਟ ਸੀ, ਉਹਨਾਂ ਦੇ ਵਿੱਚੋਂ ਪਹਿਲਾ ਭਾਗ ਸੀ ਜੀਵਨ ਦੀ ਸਾਰ। ਸੋ ਇਸ ਦੇ ਅਧੀਨ ਲੇਖ ਆਉਂਦੇ ਸੀਗੇ ਪ੍ਰੀਤ ਝਰੋਖੇ ਵਿੱਚੋਂ ਪਹਿਲੀਆਂ 4 ਝਾਕੀਆਂ, ਇਸ ਦਾ ਪਹਿਲਾ ਜਿਹੜਾ ਲੇਖ ਹੈ ਜੋ ਕਿ ਜੀਵਨ ਦੀ ਸਾਰ ਦੇ ਵਿੱਚ ਹੈ। ਦੂਸਰਾ ਰੱਬ ਹੈ, ਤੀਸਰੀ ਦੁਨੀਆ, ਚੌਥਾ ਮਨੁੱਖ, ਪੰਜਵੀਂ ਮੌਤ ਅਤੇ 6ਵਾਂ ਮਜ਼ਹਬ ਅਤੇ 7ਵੀਂ ਇੱਕੋ ਮਜ਼ਹਬ, 8ਵੀਂ ਜੇ ਸਾਰੇ ਆਦਮੀ ਹੀ ਹੁੰਦੇ ਅਤੇ 9ਵੀਂ ਰਚਨਾ ਹੈ ਸਿਮਰਨ ਅਤੇ 10ਵੀਂ ਹੈ ਪ੍ਰਾਰਥਨਾ। ਸੋ ਇਹ ਸਾਰੇ ਜੀਵਨ ਦੀ ਸਾਰ ਜਿਹੜਾ ਲੇਖ ਹੈ ਪਾਠ ਹੈ ਉਸ ਦੇ ਵਿੱਚ ਹੀ ਹੈ। ਦੂਸਰਾ ਪਾਠ ਹੈ ਜੀਵਨ ਦੇ ਸਾਧਨ। ਸੋ ਇਸ ਦੇ ਵਿੱਚ ਲੇਖ ਸ਼ਾਮਲ ਨੇਗੇ ਜੀਵਨ ਉਤਸ਼ਾਹ, ਜੀਵਨ ਮਨੋਰਥ, ਅਰੋਗ ਸਰੀਰ ਅਤੇ ਖੁਰਾਕ। 15ਵੀਂ ਰਚਨਾ ਹੈ ਪੁਸ਼ਾਕ ਅਤੇ 16ਵੀਂ ਹੈ ਸਫਾਈ ਅਤੇ 17ਵੀਂ ਵਰਜਿਸ਼ ਅਤੇ ਸਦਾ ਅਰੋਗ। 19ਵਾਂ ਰਚਨਾ ਹੈ ਜਵਾਨ ਸੂਰਤ ਅਤੇ 20ਵੀਂ ਹੈ ਸੁਤੰਤਰਤਾ। ਇਸ ਤੋਂ ਇਲਾਵਾ 21ਵੀਂ ਹੈ ਰਾਜਸੀ ਗੁਲਾਮੀ ਅਤੇ 22ਵੀਂ ਹੈ ਸਵਰਾਜ ਕੀ ਹੈ। ਸੋ ਇਹ 2 ਪਾਰਟ ਜਿਹੜੇ ਹੋ ਗਏ ਨੇ ਇਸ ਦੇ ਵਿੱਚ। ਜੀਵਨ ਦਾ ਸਾਰ, ਇਸ ਦੇ ਵਿੱਚ ਸਾਰੀਆਂ ਜਿਹੜੀਆਂ ਰਚਨਾਵਾਂ ਨੇਗੀਆਂ ਜਿਹਦੇ ਵਿੱਚ ਰੱਬ, ਦੁਨੀਆ, ਮਨੁੱਖ, ਮੌਤ, ਮਜ਼ਹਬ, ਇਹਨਾਂ ਚੀਜ਼ਾਂ ਦੇ ਬਾਰੇ ਉਹਨਾਂ ਨੇ ਦੱਸਿਆ ਹੈ ਛੋਟੇ ਛੋਟੇ ਲੇਖਾਂ ਦੇ ਰਾਹੀਂ। ਇਸ ਤੋਂ ਇਲਾਵਾ ਜੀਵਨ ਦੇ ਸਾਧਨ ਦੇ ਵਿੱਚ ਉਹਨਾਂ ਨੇ ਜੀਵਨ ਦੇ ਮਨੋਰਥ ਨੂੰ, ਉਦੇਸ਼ ਨੂੰ ਜਿਹੜਾ ਪੇਸ਼ ਕੀਤਾ ਹੈ, ਜੀਵਨ ਦੇ ਵਿੱਚ ਉਤਸ਼ਾਹ ਨੂੰ ਪੇਸ਼ ਕੀਤਾ ਹੈਗਾ ਗਾ, ਕਿਵੇਂ ਅਰੋਗ ਰਹਿਣਾ ਹੈ, ਕਿਵੇਂ ਵਰਜਿਸ਼ ਕਰਨੀ ਹੈਗੀ ਹੈ, ਕਿ ਸੁਤੰਤਰਤਾ ਕੀ ਹੈ, ਰਾਜਸੀ ਗੁਲਾਮੀ ਕੀ ਹੈ, ਸਵਰਾਜ ਕੀ ਹੈ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਇਸ ਪਾਠ ਦੇ ਵਿੱਚ ਜਿਹੜਾ ਐਕਸਪਲੇਨ ਕੀਤਾ ਹੈਗਾ ਗਾ। ਇਸ ਤੋਂ ਇਲਾਵਾ ਤੀਸਰਾ ਪਾਠ ਜਿਸ ਦੇ ਵਿੱਚ ਜੀਵਨ ਦੇ ਸੰਬੰਧ ਬਾਰੇ ਲਿਖਿਆ ਹੈ। ਸੋ ਇਸ ਦੇ ਵਿੱਚ ਰਸਮਾਂ ਜਿਹੜੀਆਂ ਹੈਗੀਆਂ ਨੇ ਜੀਵਨ ਦੇ ਨਾਲ ਸੰਬੰਧਿਤ ਅਤੇ ਵਿਆਹ
ਅਤੇ ਵਿਆਹ ਜਿਹੜੀ ਕਿ ਇਸਤਰੀ ਦੀ ਅੱਖ 'ਚੋਂ ਹੈ, ਸੋ ਉਸ ਨੂੰ ਜਿਹੜਾ ਹੈ ਪੇਸ਼ ਕੀਤਾ ਹੈ ਅਤੇ ਵਿਆਹ ਦੀ ਰਸਮ ਦੇ ਬਾਰੇ ਵੀ ਇਹਨਾਂ ਨੇ ਜਿਹੜਾ ਹੈ ਵਰਣਨ ਕੀਤਾ ਹੈ। ਸੋ ਇਹ 4 ਰਚਨਾਵਾਂ ਜਿਹੜੀਆਂ ਉਹ ਜੀਵਨ ਦੇ ਸੰਬੰਧ ਦੇ ਵਿੱਚ ਹੈ ਅਤੇ ਚੌਥਾ ਭਾਗ ਸੀ ਜਿਹੜਾ ਜੀਵਨ ਦੀ ਪੂਰਨਤਾ, ਉਸ ਦੇ ਵਿੱਚ ਅੱਗੇ 4 ਲੇਖ ਨੇ, ਸ਼ਖਸੀਅਤ, ਬ੍ਰਹਮਚਾਰਜ ਅਤੇ ਮਨ ਦੀ ਤਾਕਤ ਅਤੇ ਲਾਸਟ ਰਚਨਾ ਹੈ ਪ੍ਰੀਤ ਮੰਡਲ। ਸੋ ਇਹ 4 ਭਾਗਾਂ ਦੇ ਵਿੱਚ ਯਾਨੀ ਕਿ 4 ਰਚਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਜੀਵਨ ਦੀ ਪੂਰਨਤਾ ਦੇ ਵਿੱਚ ਹੈ। ਸੋ ਇਹ 4 ਪਾਰਟ ਸੀਗੇ, ਚਾਰਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਇਹਨਾਂ ਦੇ ਪਾਰਟ ਬਣਾਏ ਨੇ। ਸੋ ਪਹਿਲੇ ਭਾਗ ਦੇ ਵਿੱਚ 10 ਰਚਨਾਵਾਂ ਨੇਗੀਆਂ, 10 ਲੇਖ ਨੇਗੇ। ਦੂਸਰੇ ਭਾਗ ਦੇ ਵਿੱਚ ਜਿਹੜੇ 12 ਪਾਰਟ 12 ਲੇਖ ਨੇਗੇ ਅਤੇ ਤੀਸਰੇ ਭਾਗ ਦੇ ਵਿੱਚ 4 ਹੈਗੇ ਨੇ ਅਤੇ ਚੌਥੇ ਭਾਗ ਦੇ ਵਿੱਚ ਵੀ 4 ਲੇਖ ਜਿਹੜੇ ਆ ਉਹ ਸ਼ਾਮਲ ਹੈਗੇ ਨੇਗੇ, ਜੋ ਕਿ ਜੀਵਨ ਦੀ ਸੱਚਾਈ ਨੂੰ ਜਿਹੜਾ ਹੈ ਪੇਸ਼ ਕਰਦੇ ਹੈਗੇ ਨੇਗੇ। ਸੋ ਨੈਕਸਟ ਰਚਨਾ ਹੈਗੀ ਹੈ ਰੋਜ਼ਾਨਾ ਜ਼ਿੰਦਗੀ ਦੀ ਸਿੱਖਿਆ। ਸੋ ਇਸ ਰਚਨਾ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ 1938 ਦੇ ਵਿੱਚ ਅਤੇ ਇਸ ਦੇ ਵਿੱਚ 131 ਲਘੂ ਲੇਖ ਪਾਏ ਜਾਂਦੇ ਨੇ, ਯਾਨੀ ਕਿ ਲਘੂ ਰੂਪ ਦੇ ਜਿਹੜੇ ਲੇਖ ਨੇ ਉਹ ਇਸ ਦੇ ਵਿੱਚ ਇਨਕਲੂਡ ਨੇਗੇ ਅਤੇ ਸਾਰੇ ਹੀ ਲੇਖ ਨੇ ਜਿਹੜੇ ਉਹ ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦੇ ਨੇਗੇ। ਸੋ ਤੰਗਦਿਲੀ ਤੋਂ ਬਾਹਰ ਆ ਕੇ ਇੱਕ ਖੁੱਲ੍ਹ ਕੇ ਜੀਵਨ ਦਾ ਆਨੰਦ ਲੈਣ ਦੇ ਵਿੱਚ ਇਹ ਵਿਸ਼ਵਾਸ ਕਰਦੇ ਹੈਗੇ ਨੇ ਅਤੇ ਇਸ ਰਚਨਾ ਦੇ ਵਿੱਚ ਉਹਨਾਂ ਨੇ ਇਸੇ ਨੂੰ ਹੀ ਜਿਹੜਾ ਪੇਸ਼ ਕੀਤਾ ਹੈਗਾ ਗਾ। ਇਸ ਤੋਂ ਇਲਾਵਾ ਦੂਸਰੀ ਰਚਨਾ ਹੈ, ਤੀਸਰੀ ਰਚਨਾ ਹੈ ਫੈਸਲੇ ਦੀ ਘੜੀ। ਸੋ ਫੈਸਲੇ ਦੀ ਘੜੀ ਦੀ ਜਿਹੜੀ ਰਚਨਾ ਹੈ ਸੋ ਇਹ ਪ੍ਰੀਤਨਗਰ ਤੋਂ ਪ੍ਰਕਾਸ਼ਿਤ ਹੋਈ ਸੀਗੀ ਪਹਿਲੀ ਵਾਰ 1942 ਦੇ ਵਿੱਚ ਇਸ ਨੂੰ ਪ੍ਰਕਾਸ਼ਿਤ ਕੀਤਾ ਸੀਗਾ। ਪ੍ਰੀਤਨਗਰ ਤੋਂ ਪ੍ਰਕਾਸ਼ਿਤ ਕੀਤਾ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅਤੇ ਇਸ ਵਕਤ ਦੂਜਾ ਵਿਸ਼ਵ ਯੁੱਧ ਜਿਹੜਾ ਉਹ ਛਿੜਿਆ ਹੋਇਆ ਸੀਗਾ, ਯਾਨੀ ਕਿ ਦੂਸਰੇ ਵਿਸ਼ਵ ਯੁੱਧ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਸੀਗੀ। ਉਸ ਦੇ ਦੌਰਾਨ ਜਿਹੜਾ ਹੈ ਇਸ ਰਚਨਾ ਨੂੰ ਲਿਖਿਆ ਗਿਆ ਸੀਗਾ ਅਤੇ ਇਸ ਦੇ ਵਿੱਚ ਕੁੱਲ 16 ਲੇਖ ਨੇ ਜਿਹੜੇ ਉਹ ਇਨਕਲੂਡ ਹੈਗੇ ਨੇਗੇ, ਜਿਨ੍ਹਾਂ ਦੇ ਉੱਪਰ ਇਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ ਅਤੇ ਜੋ ਜੰਗ ਦੇ ਮੈਦਾਨ ਵਿੱਚ ਵੀ ਕਿਸੇ ਸੁਖਾਵੇ ਫੈਸਲੇ ਦੀ ਆਸ ਬੱਝਦੇ ਹੈਗੇ ਨੇਗੇ, ਯਾਨੀ ਕਿ ਜੰਗ ਦੇ ਦੌਰਾਨ ਵੀ ਜਿਹੜਾ ਹੈ ਇਹਨਾਂ ਨੇ ਇਸ ਲੇਖ ਦੇ ਵਿੱਚ ਪੇਸ਼ ਕੀਤਾ ਹੈ ਕਿ ਜੰਗ ਦੇ ਦੌਰਾਨ ਵੀ ਜਿਹੜਾ ਹੈ ਤੁਸੀਂ ਕਿਸੇ ਨਾ ਕਿਸੇ ਸੁਖਾਵੇ ਫੈਸਲੇ ਦੀ ਆਸ ਦੇ ਉੱਪਰ ਅੜੇ ਰਹਿ ਸਕਦੇ ਹੋ। ਕਿਤੇ ਨਾ ਕਿਤੇ ਹੈ ਨਾ ਇਹ ਹੁੰਦਾ ਹੈ ਕਿ ਯੁੱਧ ਜਿਹੜਾ ਜਿੱਤ ਜਾਵਾਂਗੇ ਅਤੇ ਅੰਤ ਦੇ ਵਿੱਚ ਸਾਨੂੰ ਸੁੱਖ ਸ਼ਾਂਤੀ ਜਿਹੜੀ ਹੈ ਨਾ ਉਹ ਨਸੀਬ ਹੋਵੇਗੀ। ਸੋ ਇਸ ਦੇ ਵਿੱਚ ਇਹਨਾਂ ਨੇ ਲਿਖਿਆ ਹੈਗਾ ਗਾ। ਇਸ ਤੋਂ ਇਲਾਵਾ ਅਗਲੀ ਰਚਨਾ ਹੈ ਕੁਦਰਤੀ ਮਜ਼ਹਬ। ਸੋ ਇਹ ਰਚਨਾ 1943 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਅਤੇ ਇਸ ਪੁਸਤਕ ਦੇ ਵਿੱਚ ਕੁੱਲ 15 ਲੇਖ ਜਿਹੜੇ ਆ ਉਹ ਸ਼ਾਮਲ ਹੈਗੇ ਨੇਗੇ ਅਤੇ ਲੇਖਕ ਦੇ ਅਨੁਸਾਰ ਕੁਦਰਤੀ ਮਜ਼ਹਬ ਹੀ ਸਹੀ ਮਜ਼ਹਬ ਹੈਗਾ ਗਾ, ਜੋ ਬਾਅਦ ਦੇ ਵਿੱਚ ਅਸੀਂ ਯਾਨੀ ਮਨੁੱਖ ਦੇ ਦੁਆਰਾ ਜਿਹੜਾ ਕ੍ਰੀਏਟ ਕੀਤਾ ਗਿਆ ਹੈ ਮਜ਼ਹਬ ਕਾਸਟ ਸਿਸਟਮ ਉਹ ਫਾਲਤੂ ਹੈ। ਜੋ ਕੁਦਰਤ ਨੇ ਨੈਚੁਰਲ ਜਿਹੜਾ ਪ੍ਰੋਸੈਸ ਕੀਤਾ ਹੈ ਇਸਤਰੀ ਅਤੇ ਮਰਦ ਵਾਲਾ, ਸੋ ਹੀ ਇੱਕ ਮਜ਼ਹਬ ਦੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹੈਗੇ ਆ। ਬਾਕੀ ਸਾਰੇ ਮਨੁੱਖ ਦੁਆਰਾ ਘੜਦੇ ਨੇ ਜੋ ਕਿ ਇੱਕ ਦੂਸਰੇ ਦੇ ਵਿੱਚ ਘਿਰਨਾ ਜਿਹੜੀ ਹੈ ਉਹ ਪੈਦਾ ਕਰਦੇ ਹੈਗੇ ਨੇਗੇ। ਅਗਲੀ ਰਚਨਾ ਹੈ ਸਾਵੀ ਪੱਧਰੀ ਜ਼ਿੰਦਗੀ। ਸੋ ਕਾਫੀ ਇੰਪੋਰਟੈਂਟ ਪੁਸਤਕ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਾਲੀ। ਸੋ ਇਹ ਪ੍ਰਕਾਸ਼ਿਤ ਹੋਈ ਸੀਗੀ 1943 ਦੇ ਵਿੱਚ ਔਰ ਇਸ ਪੁਸਤਕ ਦੇ ਵਿੱਚ ਉਸਨੇ ਆਪਣੀ ਪੁੱਤਰੀ ਮਾਂ ਨੂੰ ਜਿਹੜਾ ਹੈ ਸਮਰਪਿਤ ਕੀਤਾ ਹੈ। ਸੋ ਇਸ ਪੁਸਤਕ ਨੂੰ ਜਿਹੜਾ ਹੈ ਉਹਨਾਂ ਨੇ ਆਪਣੀ ਮਾਂ ਨੂੰ ਜਿਹੜਾ ਹੈ ਸਮਰਪਿਤ ਕੀਤਾ ਹੈ। ਸੋ ਯਾਦ ਰੱਖਣਾ ਇਸ ਨੂੰ ਕਿ ਇਹ ਕਾਫੀ ਇੰਪੋਰਟੈਂਟ ਪੁਸਤਕ ਹੈਗੀ ਆ ਔਰ ਲੇਖਕ ਦੇ ਅਨੁਸਾਰ ਜ਼ਿੰਦਗੀ ਦਾ ਸਮਾਂ ਪੱਧਰਾ ਰਹਿਣਾ ਬਹੁਤਾ ਕਰਕੇ ਸਾਡੇ ਆਪਣੇ ਜੀਵਨ ਫਲਸਫੇ ਦੇ ਉੱਪਰ ਨਿਰਭਰ ਕਰਦਾ ਹੈ। ਸੋ ਉਹਨਾਂ ਦੇ ਅਕੋਰਡਿੰਗ ਹੈ ਕਿ ਅਸੀਂ ਕਿਹੋ ਜਿਹਾ ਜੀਵਨ ਜਿਉ ਸਕਦੇ ਹਾਂ ਇਹ ਸਾਡੇ ਉੱਪਰ ਹੀ ਡਿਪੈਂਡ ਕਰਦਾ ਹੈ, ਨਾ ਕਿ ਕੋਈ ਹੋਰ ਚੀਜ਼ ਨਿਰਧਾਰਿਤ ਕਰੇਗੀ। ਸੋ ਇਸ ਦੇ ਉੱਪਰ ਇਹਨਾਂ ਨੇ ਜਿਹੜਾ ਹੈ ਖੁੱਲ੍ਹ ਕੇ ਲਿਖਿਆ ਹੈ। ਇਸ ਤੋਂ ਇਲਾਵਾ ਤਕਦੀਰ ਹੋਰ ਕੁਝ ਨਹੀਂ ਹੈਗੀ ਉਹ ਕਹਿੰਦਾ, ਔਰ ਮਨੁੱਖ ਬਣਿਆ ਤਨਿਆ ਚਾਲ ਚੱਲਣ ਹੀ ਹੈਗਾ। ਮੀਨਸ ਕਿ ਤਕਦੀਰ ਵਗੈਰਾ ਦੇ ਵਿੱਚ ਕੁਛ ਨਹੀਂ ਹੁੰਦਾ ਹੈ। ਉਹਨਾਂ ਦੇ ਅਕੋਰਡਿੰਗ ਉਹ ਕਹਿੰਦੇ ਹੈਗੇ ਨੇ ਕਿ ਮਨੁੱਖ ਹੀ ਸਭ ਕੁਝ ਕਰ ਸਕਦਾ ਹੈ, ਜੋ ਬਣਾਵੇਗਾ ਉਹ ਜਿਹਾ ਹੀ ਸਿਸਟਮ ਜਿਹੜਾ ਹੈ ਦਾ ਜ਼ਿੰਦਗੀ ਦਾ ਚੱਲ ਪਵੇਗਾ। ਸੋ ਇਹ ਵੀ ਇਹਦੇ ਵਿੱਚ ਦੱਸਿਆ ਹੈ ਔਰ ਇਸ ਪੁਸਤਕ ਦੇ ਵਿੱਚ ਕੁੱਲ 16 ਲੇਖ ਜਿਹੜੇ ਨੇ ਉਹ ਸ਼ਾਮਲ ਹੈਗੇ ਨੇਗੇ, ਜਿਨ੍ਹਾਂ ਦੇ ਵਿੱਚ ਇਹਨਾਂ ਦੇ ਨਾਮ ਨੇ। ਪਹਿਲਾ ਹੈ ਮੇਰਾ ਮਨੋਰੋਥ, ਦੂਸਰਾ ਖੁਸ਼ੀ, ਤੀਸਰਾ ਪੂਰਨ ਭਾਈਚਾਰਾ ਅਤੇ ਚੌਥੀ ਰਚਨਾ ਹੈ ਪਿਆਰ, ਪੰਜਵੀਂ ਹੈ ਲਿੰਗ ਗਿਆਨ ਅਤੇ ਛੇਵੀਂ ਹੈ ਵਿਆਹ ਅਤੇ ਸੱਤਵੀਂ ਰਚਨਾ ਹੈ ਜੀਵਨ ਜਾਂਚ ਅਤੇ 8ਵੀਂ ਰਚਨਾ ਹੈ ਰੋਟੀ ਵੇਲਾ ਔਰ 9ਵੀਂ ਰਚਨਾ ਹੈ ਈਰਖਾ ਅਤੇ 10ਵੀਂ ਰਚਨਾ ਹੈ ਬੋਲ ਚਾਲ ਦਾ ਹੁਨਰ ਅਤੇ 11ਵੀਂ ਰਚਨਾ ਹੈ ਕਾਮਯਾਬੀ, 12ਵੀਂ ਰਚਨਾ ਹੈ ਸਾਵੇ ਪੱਧਰੀ ਜ਼ਿੰਦਗੀ ਜਿਸ ਦੇ ਨਾਮ ਦੇ ਉੱਪਰ ਇਸ ਪੁਸਤਕ ਦਾ ਨਾਮ ਸੀ ਅਤੇ 13ਵੀਂ ਰਚਨਾ ਹੈ ਖੁਸ਼ੀ ਕੀ ਹੈ ਅਤੇ 14ਵੀਂ ਰਚਨਾ ਹੈ ਖੁਸ਼ੀ ਦਾ ਮਾਰਗ, 15ਵੀਂ ਰਚਨਾ ਹੈ ਖੁਸ਼ੀ ਮਨੋਵਿਗਿਆਨਿਕ ਪ੍ਰਣ ਹੈ ਅਤੇ 16ਵੀਂ ਰਚਨਾ ਹੈ ਮੌਤ ਦੇਵ। ਸੋ ਇਹ ਸਾਰੀਆਂ ਹੀ ਜਿਹੜੀਆਂ ਰਚਨਾਵਾਂ ਨੇ ਇਸ ਪੁਸਤਕ ਦੇ ਵਿੱਚ ਉਹ ਜ਼ਿੰਦਗੀ ਨੂੰ ਜਿਉਣ ਦੇ ਜਿਹੜੇ ਤਰੀਕੇ ਦੱਸਦੇ ਨੇ ਕਿ ਮਨੁੱਖ ਐਕਚੁਅਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੀ ਸਕਦਾ ਹੈ ਅਤੇ ਸਾਰਾ ਕੁਝ ਇੱਕ ਮਨੁੱਖ ਦੇ ਉੱਪਰ ਡਿਪੈਂਡ ਕਰਦਾ ਹੈ, ਕੋਈ ਹੋਰ ਚੀਜ਼ ਉਸਨੂੰ ਜਿਹੜੀ ਹੈ ਨਿਰਧਾਰਿਤ ਨਹੀਂ ਕਰਦੀ ਹੈਗੀ। ਨੈਕਸਟ ਰਚਨਾ ਹੈ ਪਰਮ ਮਨੁੱਖ। ਸੋ ਇਹ ਵੈਰੀ ਇੰਪੋਰਟੈਂਟ ਪੁਸਤਕ ਹੈ। ਸੋ ਇਸ ਪੁਸਤਕ
ਇਸ ਪੁਸਤਕ ਦੇ ਵਿੱਚ ਉਹਨਾਂ ਲੇਖਾਂ ਦਾ ਸੰਗ੍ਰਹਿ ਹੈ ਜਿਹੜੇ ਉਹਨਾਂ ਨੇ 1933-34 ਦੇ ਵਿੱਚ ਪ੍ਰੀਤਲੜੀ ਦੇ ਆਰੰਭ ਦੇ ਵਿੱਚ ਹੁੰਦਿਆਂ ਸਾਰ ਧਾਰਮਿਕ ਸੰਸਥਾਵਾਂ ਅਤੇ ਅਖਬਾਰਾਂ ਦੀ ਮੰਗ ਦੇ ਉੱਤੇ ਲਿਖੇ ਸੀਗੇ। ਸੋ ਵੈਰੀ ਵੈਰੀ ਇੰਪੋਰਟੈਂਟ ਹੈ। 1933-34 ਦੇ ਵਿੱਚ ਪ੍ਰੀਤਲੜੀ ਦੇ ਆਰੰਭ ਦੇ ਵਿੱਚ ਜਦੋਂ ਅਖਬਾਰਾਂ ਰਾਹੀਂ ਉਹਨਾਂ ਦੇ ਲਿਖੇ ਜਾਂਦੇ ਸੀਗੇ ਜਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਡਿਮਾਂਡ ਕਰਦੀਆਂ ਸੀ, ਉਹਨਾਂ ਦੇ ਆਧਾਰ ਦੇ ਉੱਪਰ, ਉਹਨਾਂ ਦੀ ਮੰਗ ਦੇ ਉੱਪਰ ਇਹ ਲੇਖ ਲਿਖੇ ਗਏ ਸੀ। ਉਹਨਾਂ ਨੂੰ ਪਰਮ ਮਨੁੱਖ ਪੁਸਤਕ ਦੇ ਵਿੱਚ ਐਡ ਕੀਤਾ ਸੀਗਾ। ਸੋ ਇਸ ਪੁਸਤਕ ਦੇ ਲਿਖਣ ਦੇ ਉੱਪਰ ਜਿਹੜਾ ਹੈ ਲੇਖਕ ਦਾ ਕਾਫੀ ਵਿਰੋਧ ਵੀ ਹੋਇਆ ਸੀ ਅਤੇ ਉਸ ਨੂੰ ਪੰਥ ਦੇ ਵਿੱਚੋਂ ਬਾਹਰ ਵੀ ਕੱਢ ਦਿੱਤਾ ਸੀ, ਕਿਉਂਕਿ ਕਾਫੀ ਸਾਰੀਆਂ ਰਚਨਾਵਾਂ ਜਿਹੜੀਆਂ ਪਸੰਦ ਨਹੀਂ ਆਈਆਂ ਸੀਗੀਆਂ। ਸੋ ਇਸ ਕਾਰਨ ਕਰਕੇ ਔਰ ਇਸ ਪੁਸਤਕ ਦਾ ਜਿਹੜਾ ਪ੍ਰਕਾਸ਼ਨ ਸੀਗਾ, ਪ੍ਰਕਾਸ਼ਿਤ ਹੋਈ ਸੀ ਜਿਹੜੀ ਇਹ 1943 ਦੇ ਵਿੱਚ ਹੋਈ ਸੀਗੀ ਇਹ ਵਾਲੀ ਪੁਸਤਕ। ਅਤੇ ਇਸ ਪੁਸਤਕ ਦੇ ਵਿੱਚ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪਾਤਰਾਂ ਨੂੰ ਜਿਹੜਾ ਹੈ ਪੇਸ਼ ਕੀਤਾ ਗਿਆ ਹੈ, ਚਰਿੱਤਰ ਨੂੰ ਪੇਸ਼ ਕੀਤਾ ਗਿਆ ਹੈ ਕਿ ਐਕਚੁਅਲ ਦੇ ਵਿੱਚ ਜਿਹੜੇ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਕਿਹੋ ਜਿਹੇ ਪਰਸਨ ਸੀਗੇ। ਔਰ ਇਸ ਪੁਸਤਕ ਦੇ ਵਿੱਚ ਟੋਟਲ 16 ਲੇਖ ਨੇ ਜਿਹੜੇ ਉਹ ਸ਼ਾਮਲ ਹੈਗੇ ਨੇਗੇ। ਸੋ ਪਹਿਲਾ ਹੈ ਗੁਰੂ ਨਾਨਕ ਦੇਵ ਜੀ, ਦੂਸਰੀ ਰਚਨਾ ਹੈ ਇਨਕਲਾਬੀ ਤਬਦੀਲੀ ਹੀ ਗੁਰਿਆਈ ਦੀ ਜਿਹੜੀ ਸੂਚਨਾ ਹੈ, ਅਤੇ ਤੀਸਰੀ ਰਚਨਾ ਹੈ ਦੋ ਪੁਲਿਸ ਵੀਰਾਂ ਮੈਨੂੰ ਗੁਰੂ ਬਾਰੇ ਪੁੱਛਿਆ, ਅਤੇ ਚੌਥੀ ਰਚਨਾ ਹੈ ਦੇਸ਼ ਤੇ ਈਸ਼ ਦੋਹਾਂ ਦੀ ਭਗਤੀ ਪਿਆਰ ਹੈ, ਅਤੇ ਪੰਜਵੀਂ ਰਚਨਾ ਹੈ ਗੁਰੂ ਨਾਨਕ ਅਤੇ ਉਹਨਾਂ ਦਾ ਪੰਜਾਬ, ਛੇਵੀਂ ਰਚਨਾ ਹੈ ਮੇਰਾ ਬੰਦੀ ਛੋੜ, ਅਤੇ ਸੱਤਵੀਂ ਰਚਨਾ ਹੈ ਪਿਆਰ ਪੰਜ ਗੁਰੂ ਅਰਜਨ ਦੇਵ ਜੀ, ਅਤੇ ਅੱਠਵੀਂ ਰਚਨਾ ਹੈ ਜ਼ਿੰਦਗੀ ਦਾ ਰਾਣਾ, ਨੌਵੀਂ ਰਚਨਾ ਹੈ ਪਰਮ ਮਨੁੱਖ ਗੁਰੂ ਗੋਬਿੰਦ ਸਿੰਘ ਜੀ, ਅਤੇ 10ਵੀਂ ਰਚਨਾ ਹੈ ਤੇਗ ਜਨ ਤੀਰਾਂ ਦੇ ਖਿਡਾਰੀ ਦੀ ਕੋਮਲ ਦਿਲੀ, ਅਤੇ 11ਵੀਂ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਰਤੱਵ, ਅਤੇ 12ਵੀਂ ਰਚਨਾ ਹੈ ਅਮਲੀ ਜੀਵਨ ਵਾਲਾ ਗੁਰੂ, ਅਤੇ 13ਵੀਂ ਰਚਨਾ ਹੈ ਪਰਮ ਮਨੁੱਖ ਕਿਉਂ, ਅਤੇ 14ਵੀਂ ਰਚਨਾ ਹੈ ਆਜ਼ਾਦੀ ਦਾ ਮਹਾਨ ਸਰਗਰਮੀਆਂ, ਅਤੇ 15ਵੀਂ ਰਚਨਾ ਹੈ ਭਾਰਤ ਵਿੱਚ ਜਮਹੂਰੀਅਤ ਦਾ ਬਾਨੀ, ਅਤੇ 16ਵੀਂ ਰਚਨਾ ਹੈ ਸਾਹਿਬਜ਼ਾਦੇ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ। ਸੋ ਇਹ ਰਚਨਾਵਾਂ ਸਾਰੀਆਂ ਜਿਹੜੀਆਂ ਨੇ ਉਹ ਸਿੱਖ ਪੰਥ ਦੇ ਨਾਲ ਸੰਬੰਧ ਸੀ, ਸਿੱਖ ਗੁਰੂਆਂ ਬਾਰੇ ਸੰਬੰਧ ਸੀ, ਉਹਨਾਂ ਦੇ ਚਰਿੱਤਰ ਬਾਰੇ ਜਿਹੜਾ ਹੈ ਬੜੇ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਇਸ ਪੁਸਤਕ ਦੇ ਵਿੱਚ ਲਿਖਿਆ ਸੀ। ਸੋ ਕਾਫੀ ਇੰਪੋਰਟੈਂਟ ਪੁਸਤਕ ਹੈ, ਸੋ ਇਸ ਨੂੰ ਪਲੀਜ਼ ਯਾਦ ਰੱਖਣਾ। ਪਰਮ ਮਨੁੱਖ ਜਿਹੜੀ ਹੈ 1943 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ। ਨੈਕਸਟ ਹੈ ਸੁਖਾਵੀਂ ਸੁਧਰੀ ਜ਼ਿੰਦਗੀ ਰਚਨਾ। ਸੋ ਇਹ ਰਚਨਾ 1943 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ, ਔਰ ਇਸ ਦੇ ਵਿੱਚ ਕੁੱਲ 6 ਲੇਖ ਨੇ ਜਿਹੜੇ ਉਹ ਸ਼ਾਮਲ ਹੈਗੇ ਨੇਗੇ। ਇਸ ਵਿੱਚ ਲੇਖਕ ਦੱਸਦਾ ਹੈ ਕਿ ਅਸੀਂ ਸਾਰੇ ਹਸਤੀ ਦੇ ਸਾਗਰ ਵਿੱਚ ਚੇਤਨਾ ਚਪੂ ਮਾਰ ਰਹੇ ਹਾਂ, ਯਾਨੀ ਕਿ ਹਸਤੀ ਦੇ ਤੌਰ 'ਤੇ ਅਸੀਂ ਸਾਗਰ ਦੇ ਵਿੱਚ ਚੇਤਨਾ ਦੇ ਰਾਹੀਂ ਜਿਹੜਾ ਚਪੂ ਮਾਰਿਆ, ਯਾਨੀ ਕਿ ਚੇਤਨਾ ਰਾਹੀਂ ਅਸੀਂ ਕੁਛ ਨਾ ਕੁਛ ਕਰ ਸਕਦੇ ਹੈਗੇ ਹਾਂ। ਸੋ ਇਹਦੇ ਉੱਪਰ ਜ਼ਿਆਦਾ ਫੋਕਸ ਉਹਨਾਂ ਨੇ ਕੀਤਾ ਸੀਗਾ। ਔਰ ਇਸ ਪੁਸਤਕ ਦੇ ਵਿੱਚ 6 ਲੇਖ ਜਿਹੜੇ ਆ ਉਹ ਸ਼ਾਮਲ ਹੈਗੇ ਨੇ। ਸੋ ਪਹਿਲਾ ਲੇਖ ਹੈ ਕਿਉਂ ਪਿਉ ਉਲਝਣਾ ਵਿੱਚ, ਯਾਨੀ ਕਿ ਉਲਝਣਾ ਦੇ ਵਿੱਚ ਤੁਸੀਂ ਕਿਉਂ ਪਏ ਹੈਗੇ ਹੋ, ਹੋਣੀ ਦੇ ਭਾਗ। ਤੀਸਰੀ ਰਚਨਾ ਹੈ ਜ਼ਿੰਦਗੀ ਦੇ ਰਹੱਸੇ ਦੀਆਂ ਰਮਜਾਂ, ਅਤੇ ਚੌਥੀ ਰਚਨਾ ਹੈ ਕਿ ਦੁਨੀਆ ਦੁੱਖ ਦੀ ਨਗਰੀ ਨਹੀਂ, ਅਤੇ ਪੰਜਵੀਂ ਰਚਨਾ ਹੈ ਸੁਖਾਵੀ ਸੁਧਰੀ ਜ਼ਿੰਦਗੀ, ਅਤੇ ਲਾਸਟ ਰਚਨਾ ਹੈ ਇਹਨਾਂ ਦੀ ਸੁਖਾਵੀਆਂ ਸਿਫਤਾਂ। ਸੋ ਇਹ ਰਚਨਾਵਾਂ ਜਿਹੜੀਆਂ ਨੇ ਉਹ ਸੁਖਾਵੀ ਸੁਧਰੀ ਜ਼ਿੰਦਗੀ ਦੇ ਵਿੱਚ ਹੈ, ਜੋ ਕਿ 1943 ਦੇ ਵਿੱਚ ਲਿਖੀ ਸੀ, ਅਤੇ ਇਸ ਦੇ ਵਿੱਚ ਉਹਨਾਂ ਨੇ ਚੇਤਨਾ ਦੀ ਜਿਹੜੀ ਗੱਲ ਹੈ ਉਸ ਨੂੰ ਉਜਾਗਰ ਕੀਤਾ ਹੈ। ਅਗਲੀ ਰਚਨਾ ਹੈ ਮਨੋਹਰ ਸ਼ਖਸੀਅਤ। ਸੋ ਇਸ ਦੀ ਪ੍ਰਕਾਸ਼ਨ ਡੇਟ ਜਿਹੜੀ ਹੈ ਉਹ 1943 ਹੈ, ਇਸ ਨੂੰ ਵੀ 1943 ਦੇ ਵਿੱਚ ਹੀ ਪ੍ਰਕਾਸ਼ਿਤ ਕੀਤਾ ਸੀ, ਅਤੇ ਲੇਖਕ ਦੇ ਅਨੁਸਾਰ ਹਿੰਦੁਸਤਾਨ ਦੇ ਵਿੱਚ ਸ਼ਖਸੀਅਤ ਦੀ ਜਾਦੂਗਰੀ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਪਰਸਨੈਲਿਟੀ ਦੀ ਜਿਹੜੀ ਸ਼ਖਸੀਅਤ ਹੈ, ਜਿਹੜੀ ਪਰਸਨੈਲਿਟੀ ਜਿਹੜੀ ਹੈ ਉਸ ਬਾਰੇ ਲੋਕਾਂ ਨੂੰ, ਭਾਰਤੀਆਂ ਨੂੰ ਬਹੁਤ ਘੱਟ ਪਤਾ ਹੈ, ਜਿਹਦੇ ਕਾਰਨ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹੀ ਨਹੀਂ ਪਤਾ ਲੱਗਦਾ ਹੈਗਾ। ਅਸਲ ਵਿੱਚ ਮਨੁੱਖੀ ਜ਼ਿੰਦਗੀ ਦਾ ਸਹੀ ਅਤੇ ਸੁੱਚਾ ਸਿੱਕਾ ਮਨੁੱਖ ਦੀ ਸ਼ਖਸੀਅਤ ਹੀ ਹੈ, ਪਰਸਨੈਲਿਟੀ ਹੀ ਹੈ, ਜਿਹਦੇ ਰਾਹੀਂ ਉਹ ਆਪਣਾ ਵਿਕਾਸ ਕਰ ਸਕਦਾ, ਲੋਕਾਂ ਨੂੰ ਅਫੈਕਟ ਕਰ ਸਕਦਾ ਹੈ, ਅਤੇ ਲੋਕ ਉਸ ਤੋਂ ਇਫੈਕਟਿਵ ਹੋ ਵੀ ਸਕਦੇ ਹੈਗੇ ਨੇਗੇ। ਸੋ ਇਹ ਭਾਰਤ ਦੇ ਲੋਕਾਂ ਨੂੰ ਨਹੀਂ ਪਤਾ ਹੈਗਾ। ਸੋ ਇਹਦੇ ਵਿੱਚ ਕਿਹੜੀਆਂ ਰਚਨਾਵਾਂ ਨੇ? ਸੋ ਪਹਿਲਾ ਹੈ ਕਮਾਲ ਮੰਜ਼ਿਲ ਦੀਆਂ ਪੌੜੀਆਂ, ਦੂਸਰੀ ਰਚਨਾ ਹੈ ਮਨ ਦੀ ਅਪਾਰ ਤਾਕਤ, ਤੀਸਰੀ ਰਚਨਾ ਹੈ ਉਹ ਝੂਠਾ ਹੈ, ਅਤੇ ਚੌਥੀ ਰਚਨਾ ਹੈ ਝੂਠੇ ਦਾ ਪਾਜ਼, ਪੰਜਵੀਂ ਰਚਨਾ ਹੈ ਤਕੜੇ ਹੋਵੋ ਆਦਮੀ ਬਣੋ, ਛੇਵੀਂ ਰਚਨਾ ਹੈ ਅਸਲੀ ਪੂਜ ਕੌਣ, ਅਤੇ ਸੱਤਵੀਂ ਰਚਨਾ ਹੈ ਪ੍ਰਸ਼ੰਸਾ, ਅੱਠਵੀਂ ਰਚਨਾ ਹੈ ਇੱਛਾ ਸ਼ਕਤੀ, ਨੌਵੀਂ ਰਚਨਾ ਹੈ ਆਤਮਾ ਦਾ ਅਸਲਾ, ਅਤੇ 10ਵੀਂ ਰਚਨਾ ਹੈ ਅਸਲੀ ਪਾਤਸ਼ਾਹ। 11ਵੀਂ ਰਚਨਾ ਹੈ ਸ਼ਖਸੀਅਤ ਦਾ ਆਦਰ ਅਤੇ ਸ਼ਾਂਤ ਹਿਰਦਾ, 12ਵੀਂ ਰਚਨਾ ਹੈ 13ਵੀਂ ਰਚਨਾ ਬਹੁਤਾ ਬੋਲਣਾ, ਅਤੇ 14ਵੀਂ ਰਚਨਾ ਹੈ ਸੋਹਣੀ ਸ਼ਖਸੀਅਤ, ਅਤੇ 15ਵੀਂ ਰਚਨਾ ਹੈ ਮਿੱਤਰ ਬਣਾਉਣ ਵਾਲੀ ਸਿਫਤ, ਅਤੇ 16ਵੀਂ ਰਚਨਾ ਹੈ ਦਿਲਚਸਪੀ ਦਾ ਦਾਇਰਾ, 17ਵੀਂ ਰਚਨਾ ਹੈ ਸੁਖੀ ਦਿਲ, ਅਤੇ 18ਵੀਂ ਰਚਨਾ ਹੈ ਤੂੰ ਇੰਜ ਨਾ ਕਰ, ਅਤੇ 19ਵੀਂ ਰਚਨਾ ਹੈ ਅੰਦਰ ਝਾਤੀ, ਅਤੇ 20ਵੀਂ ਰਚਨਾ ਹੈ ਰੱਬ ਕਦੋਂ ਪਾਈਦਾ ਹੈ। ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਇਸ ਸ਼ਖਸੀਅਤ ਨੂੰ ਪ੍ਰੈਜੈਂਟ ਕਰਦੀਆਂ ਨੇ,
ਪਰਸਨੈਲਿਟੀ ਦੇ ਉੱਪਰ ਫੋਕਸ ਕਰਦੀਆਂ ਨੇ ਕਿ ਪਰਸਨੈਲਿਟੀ ਕੀ ਹੈ, ਕਿਸ ਤਰੀਕੇ ਨਾਲ ਅਸੀਂ ਇਹਨੂੰ ਹਾਸਲ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਅਸੀਂ ਇਸਨੂੰ ਅਚੀਵ ਕਰ ਸਕਦੇ ਹਾਂ, ਕਿਹੜੇ ਫੈਕਟਰ ਰਿਸਪੋਂਸੀਬਲ ਨੇ, ਕਿਵੇਂ ਇਹਦੇ ਵਿੱਚ ਅਸੀਂ ਤਬਦੀਲੀ ਕਰ ਸਕਦੇ ਹਾਂ। ਸੋ ਸਾਰਾ ਜਿਹੜਾ ਹੈ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ। ਨੈਕਸਟ ਰਚਨਾ ਹੈਗੀ ਆ ਪ੍ਰਣ ਪੁਸਤਕ। ਨੈਕਸਟ ਰਚਨਾ ਹੈ ਪ੍ਰਣ ਪੁਸਤਕ, ਔਰ ਇਸ ਪੁਸਤਕ ਦਾ ਪ੍ਰਕਾਸ਼ਨ ਜਿਹੜਾ ਸੀਗਾ ਉਹ 1944 ਦੇ ਵਿੱਚ ਹੋਇਆ ਸੀਗਾ ਅਤੇ ਇਹ ਇੱਕ ਪ੍ਰਕਾਰ ਦੀ ਡਾਇਰੀ ਸੀਗੀ ਜੋ ਕਿ ਲੇਖਕ ਹਰ ਰੋਜ਼ ਲਿਖਦਾ ਸੀਗਾ। ਸੋ ਵੈਰੀ ਇੰਪੋਰਟੈਂਟ ਹੈ ਕਿ ਕਿਹੜੀ ਰਚਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਡਾਇਰੀ ਸੀ। ਸੋ ਉਸੀ ਪ੍ਰਣ ਪੁਸਤਕ। ਸੋ ਇਸ ਨੂੰ ਜਿਹੜਾ ਹੈ ਇੱਕ ਡਾਇਰੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ। ਲੇਖਕ ਨੇ ਪਾਠਕਾਂ ਨੂੰ ਆਪਣੇ ਪ੍ਰਣ ਪੁਸਤਕ ਲਿਖਣ ਲਈ ਪ੍ਰੇਰਿਤ ਵੀ ਕੀਤਾ ਹੈ ਕਿ ਜਿਹੜੇ ਉਸਦੇ ਪਾਠਕ ਨੇ ਜੋ ਉਸਨੂੰ ਪੜ੍ਹ ਰਹੇ ਨੇ ਉਹ ਵੀ ਕੁਛ ਨਾ ਕੁਛ ਲਿਖਣ ਤਾਂ ਜੋ ਉਹ ਆਪਣੀ ਆਤਮਾ ਦੀ ਪੜਚੋਲ ਕਰ ਸਕਣ ਕਿ ਉਹ ਐਕਚੁਅਲ ਦੇ ਵਿੱਚ ਕਿਹੋ ਜਿਹੇ ਪਰਸਨ ਨੇ। ਸੋ ਇਸ ਬਾਰੇ ਵੀ ਉਹਨਾਂ ਨੇ ਲਿਖਿਆ ਸੀ ਇਸ ਪੁਸਤਕ ਦੇ ਵਿੱਚ। ਅਗਲੀ ਰਚਨਾ ਹੈ ਮੇਰੀਆਂ ਅਭੁੱਲ ਯਾਦਾਂ। ਸੋ ਇਹ ਰਚਨਾ ਜਿਹੜੀ ਹੈ 1947 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਅਤੇ ਪੁਸਤਕ ਲੇਖਕ ਦੇ 20 ਸੰਸਮਰਨ ਦਾ ਸੰਗ੍ਰਹਿ ਸੀਗਾ, ਯਾਨੀ ਕਿ ਇਸਦੇ 20 ਸੰਸਮਰਨ ਸੀਗੇ ਉਸ ਨੂੰ ਮਿਲਾ ਕੇ ਜਿਹੜਾ ਲਿਖਿਆ ਗਿਆ ਸੀਗਾ 20 ਲੇਖ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਹਾਂ। ਪੁਸਤਕ ਦੇ ਵਿੱਚ ਉਸ ਨੇ ਕੁਝ ਅਜਿਹੀਆਂ ਖੂਬਸੂਰਤ, ਪ੍ਰੇਰਨਾਦਾਇਕ ਅਤੇ ਦਿਲਚਸਪ ਸ਼ਖਸੀਅਤਾਂ ਦਾ ਬਿਰਤਾਂਤ ਪੇਸ਼ ਕੀਤਾ ਹੈ ਜਿਨ੍ਹਾਂ ਨੇ ਉਸ ਉੱਪਰ ਡੂੰਘਾ ਪ੍ਰਭਾਵ ਪਾਇਆ ਹੈ, ਚਾਹੇ ਉਹ ਕਿਸੇ ਤਰ੍ਹਾਂ ਦੀ ਕੋਈ ਸ਼ਖਸੀਅਤ ਸੀਗੀ ਅਤੇ ਚਾਹੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਦੇ ਜੀਵਨ ਦੇ ਉੱਪਰ ਇੱਕ ਬਹੁਤ ਡੀਪਲੀ ਜਿਹੜਾ ਹੈ ਕਿਸੇ ਤਰ੍ਹਾਂ ਦਾ ਇਫੈਕਟ ਪਿਆ ਹੈ। ਸੋ ਉਸ ਤੋਂ ਪ੍ਰੇਰਿਤ ਹੋ ਕੇ ਇਸ ਰਚਨਾ ਨੂੰ ਜਿਹੜਾ ਹੈ ਉਹ ਲਿਖਿਆ ਸੀਗਾ। ਇਸ ਦੇ ਵਿੱਚ ਸੰਕਲਿਤ ਯਾਦਾਂ ਜਿਹੜੀਆਂ ਨੇ ਉਹ ਜ਼ਿਆਦਾਤਰ 1924 ਤੋਂ ਪਹਿਲਾਂ ਦੀਆਂ ਹਨ, ਜਦੋਂ ਲੇਖਕ ਭਰ ਜਵਾਨੀ ਦੇ ਵਿੱਚ ਸੀ, ਯਾਨੀ ਕਿ ਜਵਾਨੀ ਦੇ ਵਿੱਚ ਸੀਗਾ। ਉਸ ਸਮੇਂ ਦੀਆਂ ਰਚਨਾਵਾਂ ਨੇ, ਉਸ ਸਮੇਂ ਉਹਦੇ ਨਾਲ ਜੋ ਕੁਛ ਵਾਪਰਿਆ ਉਸ ਬਾਰੇ ਲਿਖਿਆ ਹੋਇਆ ਸੀਗਾ। ਸੋ ਇਸ ਪੁਸਤਕ ਦੇ ਵਿੱਚ ਉਸਨੇ ਬਹੁਤੀਆਂ ਯਾਦਾਂ ਭਾਰਤ ਦੇ ਨਾਲ ਨਾਲ ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਈਰਾਨ ਵਰਗੇ ਜਿਹੜੇ ਦੇਸ਼ ਨੇ ਉੱਥੇ ਜਾ ਕੇ ਜਦੋਂ ਵਿਜ਼ਿਟ ਕੀਤਾ ਸੀ ਉਹਨਾਂ ਦੀਆਂ ਯਾਦਾਂ ਨੂੰ ਵੀ ਇਸ ਦੇ ਵਿੱਚ ਇਨਕਲੂਡ ਕੀਤਾ ਹੈ। ਸੋ ਲੇਖ ਕਿਹੜੇ ਸ਼ਾਮਿਲ ਸੀਗੇ? ਸੋ ਪਹਿਲਾ ਹੈ ਮੇਰੀ ਦਾਦੀ ਜੀ, ਦੂਸਰਾ ਹੈ ਮੇਰਾ ਸਫਲ ਪਿਆਰ, ਅਤੇ ਤੀਸਰੀ ਰਚਨਾ ਹੈ ਮੇਰੀ ਨੰਨੀ ਲਾਹਾ, ਅਤੇ ਚੌਥੀ ਰਚਨਾ ਹੈ ਮੇਰੀ ਅਛੂਤ ਸਹੇਲੀ, ਅਤੇ ਪੰਜਵਾਂ ਹੈ ਮੇਰੀ ਦਸਤਾਰ, ਛੇਵੀਂ ਰਚਨਾ ਹੈ ਵੇਖਣ ਜਾਣਨ ਤੇ ਕੰਮ ਆਉਣ ਦਾ ਚਾਅ, ਅਤੇ ਸੱਤਵੀਂ ਰਚਨਾ ਹੈ ਤਾਜੇ ਤੇ ਸ਼ੁਰੂ, ਅਤੇ 8ਵੀਂ ਰਚਨਾ ਹੈ ਉਮਰ ਖਿਆਮ ਦੇ ਮੁਲਕ ਵਿੱਚ, ਅਤੇ 9ਵੀਂ ਰਚਨਾ ਹੈ ਲੰਡਨ ਦੀ ਇੱਕ ਮੇਡ, ਅਤੇ 10ਵੀਂ ਰਚਨਾ ਹੈ ਦੁਨੀਆ ਕਿੱਡੀ ਸੋਹਣੀ ਲੱਗੀ, ਅਤੇ 11ਵੀਂ ਰਚਨਾ ਹੈ ਕੰਗਾਲ ਕਵੀਆਂ ਦੀ ਕਲੱਬ, ਅਤੇ 12ਵੀਂ ਰਚਨਾ ਹੈ ਪਾਪਾਂ ਸ਼ਰਾਪਾਂ ਦੀ ਥਾਂ ਚੰਨ ਸੂਰਜ, 13ਵੀਂ ਰਚਨਾ ਹੈ ਦਰਦ ਕਹਾਣੀ, 14ਵੀਂ ਰਚਨਾ ਹੈ ਮੌਤ ਦੇ ਦਰਸ਼ਨ, ਅਤੇ 15ਵੀਂ ਰਚਨਾ ਹੈ ਅਨੋਖੇ ਮੇਲ ਦੀ ਤਾਂਘ, ਅਤੇ 16ਵੀਂ ਰਚਨਾ ਹੈ ਸਾਲਾਮਾਰ ਵਿੱਚ ਡੇਲੀਆਂ, ਅਤੇ 17ਵੀਂ ਰਚਨਾ ਹੈ ਉਸ ਮਨੁੱਖ ਦੀ ਦਸ਼ਾ, ਅਤੇ 18ਵੀਂ ਰਚਨਾ ਹੈ ਜ਼ਿੰਦਗੀ ਦੀ ਸੁਨਹਿਰੀ ਆਰਜ਼ੂ, ਅਤੇ 19ਵੀਂ ਰਚਨਾ ਹੈ ਕੋਈ ਵੇਖੇ ਨਾ, ਅਤੇ 20ਵੀਂ ਰਚਨਾ ਹੈ ਮੇਡ ਕੇ ਮਾਲਕ। ਸੋ ਇਹ ਜਿਹੜੇ ਲੇਖ ਸੀਗੇ ਇਹ ਮੇਰੀਆਂ ਭੁੱਲ ਯਾਦਾਂ ਦੇ ਵਿੱਚ ਲਿਖਿਆ, ਜਿਸ ਵਿੱਚ ਉਸਨੇ ਆਪਣੇ ਜੀਵਨ ਦੇ ਜੋ ਜਵਾਨੀ ਵਾਲਾ ਟਾਈਮ ਸੀ ਉਸ ਸਮੇਂ ਜੋ ਘਟਨਾਵਾਂ ਵਾਪਰੀਆਂ ਉਹਨਾਂ ਯਾਦਾਂ ਨੂੰ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਲਿਖਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਸੋ ਕਾਫੀ ਇੰਪੋਰਟੈਂਟ ਹੈ ਔਰ ਕਾਫੀ ਅੱਛੀ ਪੁਸਤਕ ਹੈ। ਨੈਕਸਟ ਹੈ ਪ੍ਰਸੰਨ ਲੰਮੀ ਉਮਰ। ਸੋ ਇਸ ਰਚਨਾ ਦੀ ਪ੍ਰਕਾਸ਼ਨ ਡੇਟ ਜਿਹੜੀ ਹੈ ਉਹ 1947 ਹੈ। ਸੋ ਇਸ ਸਮੇਂ ਇਸ ਨੂੰ ਪ੍ਰਕਾਸ਼ਿਤ ਕੀਤਾ ਸੀ ਔਰ ਲੇਖਕ ਦੇ ਅਨੁਸਾਰ ਜਿਹੜਾ ਹੈ ਲੰਮੀ ਉਮਰ ਤਾਂ ਹੀ ਅਰਥ ਭਰਪੂਰ ਹੈ ਜੇ ਉਹ ਪ੍ਰਸੰਨ ਹੋਵੇ। ਕਹਿੰਦੇ ਕਿ ਲੰਮੀ ਉਮਰ ਦਾ ਫਿਰ ਹੀ ਫਾਇਦਾ ਜੇਕਰ ਉਹ ਖੁਸ਼ੀ ਭਰਪੂਰ ਹੋਵੇ, ਪ੍ਰਸੰਨ ਹੋਵੇ, ਖੁਸ਼ੀ ਵਾਲੀ ਹੋਵੇ। ਜੇਕਰ ਦੁਖੀ ਹੈ ਤਾਂ ਹਰ ਇੱਕ ਚਾਹੁੰਦਾ ਹੈ ਕਿ ਉਹ ਜਲਦੀ ਹੀ ਜਿਹੜਾ ਖਤਮ ਹੋ ਜਾਵੇ। ਸੋ ਇਸ ਲਈ ਇਸ ਚੀਜ਼ ਨੂੰ ਵੀ ਜਿਹੜਾ ਧਿਆਨ ਦੇ ਵਿੱਚ ਰੱਖਿਆ ਔਰ ਇਸ ਨੂੰ ਲੈ ਕੇ ਹੀ ਇਹਨਾਂ ਨੇ ਇਸ ਪੁਸਤਕ ਦੀ ਜਿਹੜੀ ਰਚਨਾ ਕੀਤੀ ਸੀ। ਔਰ ਇਸ ਪੁਸਤਕ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਉਂਦਿਆਂ ਆਂਦਰਾਂ ਅਤੇ ਮੋਇਆ ਜਾਤ ਚੰਨ ਜੀਵਨ ਦੀਆਂ ਕਸੌਟੀਆਂ ਹਨ, ਯਾਨੀ ਕਿ ਇਸ ਦੇ ਵਿੱਚ ਜ਼ਿੰਦਗੀ ਦੇ ਪ੍ਰਸੰਨ ਹੋਣ ਅਤੇ ਦੁਖੀ ਹੋਣ ਦੀਆਂ ਜਿਹੜੇ ਲੱਛਣ ਨੇ ਕਿਉਂ ਹੋ ਜਾਂਦੇ ਆ। ਸੋ ਉਹਨਾਂ ਨੂੰ ਵੀ ਦੇ ਵਿੱਚ ਉਹਨੇ ਐਕਸਪਲੇਨ ਕੀਤਾ ਹੈ। ਇਸ ਪੁਸਤਕ ਦੇ ਵਿੱਚ 21 ਲੇਖ ਨੇ ਜਿਹੜੀਆਂ ਵੱਡੀਆਂ ਮੰਗਾਂ ਨੂੰ ਤਰਜੀਹ ਦਿੱਤੀਆਂ ਗਈਆਂ ਹਨ ਅਤੇ ਪ੍ਰਸੰਨ ਵਿਸ਼ਵਾਸ, ਸਹੀ ਮਨੋਰਥ ਅਤੇ ਨਿੱਘੀ ਲਗਨ ਇਸ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਗਿਆ ਹੈ। ਇਹਨਾਂ ਨੂੰ ਆਧਾਰ ਬਣਾ ਕੇ ਜਿਹੜਾ ਹੈ ਇਸ ਪੁਸਤਕ ਦੇ ਲੇਖ ਨੇ ਉਹਨਾਂ ਨੂੰ ਲਿਖਿਆ ਗਿਆ ਹੈ। ਸੋ ਪਹਿਲਾ ਲੇਖ ਹੈ ਜੀਵਨ ਉਤਸ਼ਾਹ, ਦੂਸਰਾ ਲੇਖ ਹੈ ਅਰੋਗ ਸਰੀਰ, ਤੀਸਰੀ ਰਚਨਾ ਹੈ ਖਾਣ ਵਾਲੀਆਂ ਵਸਤੂਆਂ ਦਾ ਗੁਣਕਾਰੀ ਭਾਗ, ਅਤੇ ਚੌਥੀ ਰਚਨਾ ਹੈ ਵਿਟਾਮਿਨ, ਪੰਜਵੀਂ ਰਚਨਾ ਹੈ ਸਰੀਰਕ ਯੋਗਤਾ, ਛੇਵੀਂ ਰਚਨਾ ਹੈ ਉਮਰ ਲੰਬੀ ਹੋ ਸਕਦੀ ਹੈ, ਅਤੇ ਸੱਤਵੀਂ ਰਚਨਾ ਹੈ ਪ੍ਰਸੰਨ ਲੰਮੀ ਉਮਰ ਹੈ। ਠੀਕ ਹੈ, ਸੋ ਇਹਦੇ ਨਾਲ ਮਿਸਟੇਕ ਹੋ ਗਈ ਹੈ, ਪ੍ਰਸੰਨ ਲੰਮੀ ਉਮਰ ਹੈ। ਅਤੇ ਅਗਲੀ ਰਚਨਾ ਹੈ 8ਵੀਂ ਬਿਮਾਰੀ ਤੋਂ ਪੂਰਨ ਖੁਲਾਸੀ
ਅਤੇ 9ਵੀਂ ਰਚਨਾ ਹੈ ਸਿਹਤ ਲਈ ਲੰਮਾ ਸਫ਼ਰ ਅਤੇ 10ਵੀਂ ਰਚਨਾ ਹੈ ਸਿਰ ਤੋਂ ਪੈਰਾਂ ਤੱਕ ਜਾਣਾ ਅਤੇ 11ਵੀਂ ਰਚਨਾ ਹੈ ਸੁਹਾਣਾ ਜਿਸਮ 12ਵੀਂ ਰਚਨਾ ਹੈ ਗਾਜਰਾਂ ਅਤੇ 13ਵੀਂ ਰਚਨਾ ਹੈ ਸਿਹਤ ਬਾਰੇ ਕੁਝ ਨੋਟ 14ਵੀਂ ਰਚਨਾ ਹੈ ਤਨ ਮਨ ਅਤੇ ਆਤਮਾ ਰਾਹੀਂ ਸਵਾਦ ਤੁਸੀਂ ਲੈ ਸਕਦੇ ਹੋ 15ਵੀਂ ਰਚਨਾ ਹੈ ਸਿਹਤ ਇੱਕ ਜੀਵਨ ਜਾਂਚ ਹੈ ਅਤੇ 16ਵੀਂ ਰਚਨਾ ਹੈ ਜ਼ੁਕਾਮ ਦੇ ਖਿਲਾਫ ਕਲੱਬ ਅਤੇ 17ਵੀਂ ਰਚਨਾ ਹੈ ਤੰਦਰੁਸਤੀ ਕੁਝ ਆਦਤਾਂ ਅਤੇ ਕੁਝ ਅਕਲ ਅਤੇ 18ਵੀਂ ਰਚਨਾ ਹੈ ਅੱਖਾਂ 19ਵੀਂ ਰਚਨਾ ਹੈ ਜੀਵਨ ਦੀ ਸੋਹਣੀ ਜਾਂਚ ਅਤੇ 20ਵੀਂ ਰਚਨਾ ਹੈ ਵਜਨ ਘੱਟ ਕਰਨਾ ਅਤੇ 21ਵੀਂ ਰਚਨਾ ਹੈ ਲਹੂ ਸਾਡੇ ਜੀਵਨ ਦੀ ਨਦੀ। ਸੋ ਇਹ ਰਚਨਾਵਾਂ ਪੂਰੀਆਂ ਜਿਹੜੀਆਂ ਨੇ ਇੱਕ ਹੈਲਥ ਨੂੰ ਲੈ ਕੇ ਲਿਖੀਆਂ ਗਈਆਂ ਨੇ। ਹੈਲਥ ਬਾਰੇ ਜਿਹੜਾ ਜ਼ਿਆਦਾ ਫੋਕਸ ਕੀਤਾ ਗਿਆ ਹੈ ਕਿਵੇਂ ਅਸੀਂ ਹੈਲਥ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸੋ ਇਹਨਾਂ ਨੂੰ ਲੈ ਕੇ ਸਾਰੇ ਇਹ ਲੇਖ ਜਿਹੜੇ ਆ ਉਹ ਲਿਖੇ ਗਏ ਸੀਗੇ। ਨੈਕਸਟ ਹੈ ਇੱਕ ਦੁਨੀਆ ਦੇ 13 ਸੁਪਨੇ ਅਗਲੀ ਰਚਨਾ। ਸੋ ਇਹ ਰਚਨਾ ਪ੍ਰਕਾਸ਼ਿਤ ਹੋਈ ਹੈ 1947 ਨੂੰ। ਸੋ 1947 ਦੇ ਵਿੱਚ ਬਹੁਤੀਆਂ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਨੇ। ਸੋ ਲੇਖਕ ਨੇ ਇਸ ਰਚਨਾ ਦੇ ਵਿੱਚ ਆਪਣੇ ਆਲੋਚਕਾਂ ਦੇ ਲਈ ਆਪਣੀ ਜ਼ਿੰਦਗੀ ਦੇ 13 ਸੁਪਨੇ ਜਿਹੜੇ ਨੇ ਉਹ ਸੰਕਲਿਤ ਕੀਤੇ ਨੇ ਤਾਂ ਜੋ ਉਹਨਾਂ ਨਾਲੋਂ ਵੀ ਕਿਤੇ ਜ਼ਿਆਦਾ ਆਪਣੇ ਆਲੋਚਕਾਂ ਦੀ ਕਦਰ ਕਰਨ ਵਾਲੇ ਲੇਖਕਾਂ ਦੀ ਉਸਦੀ ਵਿਚਾਰਧਾਰਾ ਦੇ ਵਿਕਾਸ ਕਰਨ ਨੂੰ ਚੰਗੀ ਤਰ੍ਹਾਂ ਸਮਝ ਸਕਣ। ਇਹਦੇ ਵਿੱਚ ਕਾਫੀ ਕੁਝ ਆਪਣੀ ਜ਼ਿੰਦਗੀ ਦੇ ਜਿਹੜੇ ਲਿਖੇ ਨੇ ਉਹਨਾਂ ਨੇ ਔਰ ਆਪਣੇ ਕਾਰਨਾਮਾ ਪੁਸਤਕ ਦੇ ਵਿੱਚ ਸੰਕਲਿਤ 13 ਸੁਪਨੇ ਜਿਹੜੇ ਨੇ ਉਹ ਇਸ ਤਰ੍ਹਾਂ ਨੇਗੇ। ਸੋ ਪਹਿਲਾ ਹੈ ਬਰੂਮੀ ਟੁਣਕਾਰ ਅਤੇ ਦੂਸਰੀ ਰਚਨਾ ਹੈ ਆਸਾਂ ਦੇ ਖਜ਼ਾਨੇ ਨੂੰ ਅਸੀਜ। ਤੀਸਰੀ ਰਚਨਾ ਹੈ ਪਿਆਰ ਵਧਣ ਅਤੇ ਨਫ਼ਰਤਾਂ ਘਟਣ। ਚੌਥੀ ਰਚਨਾ ਹੈ ਨਵੀਂ ਦ੍ਰਿਸ਼ਟੀ ਨਵੇਂ ਪਿਆਰ ਨਵੀਆਂ ਰੀਝਾਂ ਅਤੇ ਨਵੇਂ ਖਿਆਲ ਅਤੇ ਪੰਜਵੀਂ ਰਚਨਾ ਹੈ ਸਦਾ ਸ਼ੁਭ ਚਿੰਤਕ ਇੱਛੁਕ ਬਣੋ। ਛੇਵੀਂ ਰਚਨਾ ਹੈ ਹਰੇਕ ਨੂੰ ਹੱਲਾਸ਼ੇਰੀ ਦਿਓ ਸੇ ਵੀ ਇਹਨਾਂ ਦੇ ਵਿੱਚ ਹੈ ਅਤੇ ਸੱਤਵੀਂ ਰਚਨਾ ਹੈ ਉਚੇਰੀ ਹੋਣ ਦਾ ਆਦਰਸ਼। ਅੱਠਵੀਂ ਰਚਨਾ ਹੈ ਨਵੇਂ ਸਾਲ ਦੀ ਨਵੀਂ ਧੜਕਣ ਅਤੇ 9ਵੀਂ ਰਚਨਾ ਹੈ ਸੂਰਜ ਦਾ ਸੁਪਨਾ ਅਤੇ 10ਵੀਂ ਰਚਨਾ ਹੈ ਨਵ ਸਾਲ ਨਹੀਂ ਨਵ ਯੁੱਗ ਅਤੇ 11ਵੀਂ ਰਚਨਾ ਹੈ ਉਮਰ ਦੇ ਘਟਦੇ ਚੱਕਰ। 12ਵੀਂ ਰਚਨਾ ਹੈ ਨਵੇਂ ਵਰ੍ਹੇ ਨੂੰ ਤਿਆਰ ਹੋ ਕੇ ਮਿਲੀਏ ਅਤੇ 13ਵੀਂ ਰਚਨਾ ਹੈ ਭਵਿੱਖ ਦੀ ਚੰਤਰੀ। ਸੋ ਇਹ 13 ਰਚਨਾਵਾਂ ਨੇ ਜੋ ਕਿ ਉਹਨਾਂ ਦੇ 13 ਸੁਪਨਿਆਂ ਦੇ ਨਾਮ ਨਾਲ ਜਾਣੇ ਜਾਂਦੇ ਨੇ ਅਤੇ ਆਪਣੀ ਜ਼ਿੰਦਗੀ ਦਾ ਉਹਨਾਂ ਨੇ ਪੂਰੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਨਾ ਐਕਸਪਲੇਨ ਕੀਤਾ ਹੈ ਦੱਸਿਆ ਹੈ ਕਿ ਕਿਸ ਤਰੀਕੇ ਦੀ ਜ਼ਿੰਦਗੀ ਉਹਨਾਂ ਦੀ ਬਤੀਤ ਹੋਈ ਹੈ। ਸੋ ਉਹਦੇ ਉੱਪਰ ਜ਼ਿਆਦਾ ਫੋਕਸ ਕੀਤਾ ਹੈ। ਇਸ ਤੋਂ ਇਲਾਵਾ ਅਗਲੀ ਰਚਨਾ ਹੈ ਸਵੈ ਪੂਰਨਤਾ ਦੀ ਲਗਨ। ਸੋ ਇਹ ਵੀ 1947 ਦੇ ਵਿੱਚ ਹੀ ਪ੍ਰਕਾਸ਼ਿਤ ਹੋਈ ਹੈ ਅਤੇ ਇਸ ਪੁਸਤਕ ਦੇ ਵਿੱਚ ਲੇਖਕ ਨੇ ਸਰਬਤ ਦੇ ਭਲੇ ਨੂੰ ਸਵੈ ਪੂਰਨਤਾ ਦੀ ਲਗਨ ਦਾ ਇੱਕ ਜ਼ਰੂਰੀ ਅੰਗ ਦੱਸਿਆ ਹੈਗਾ ਯਾਨੀ ਕਿ ਸਰਬਤ ਦੇ ਭਲੇ ਯਾਨੀ ਕਿ ਸਾਰਿਆਂ ਦੇ ਭਲੇ ਦੀ ਗੱਲ ਜਿਹੜੀ ਹੈ ਉਹ ਕੀਤੀ ਹੈ ਅਤੇ ਜ਼ਰੂਰੀ ਪਾਰਟ ਦੱਸਿਆ ਹੈ ਇੱਕ ਜ਼ਿੰਦਗੀ ਦਾ। ਲੇਖਕ ਦੇ ਅਨੁਸਾਰ ਸਵੈ ਪੂਰਨਤਾ ਚੰਗੇ ਸਾਥੀਆਂ ਦੀ ਮੰਗ ਕਰਦੀ ਹੈਗੀ। ਸੋ ਪੂਰਨਤਾ ਦੇ ਲਈ ਸਾਨੂੰ ਚੰਗੇ ਸਾਥੀਆਂ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਅਤੇ ਅਜਿਹੇ ਸਾਥੀ ਚੰਗੀ ਜ਼ਿੰਦਗੀ ਵਿੱਚੋਂ ਹੀ ਪੈਦਾ ਕੀਤੇ ਜਾ ਸਕਦੇ ਨੇ। ਜੇ ਚੰਗੇ ਸਾਥੀ ਚਾਹੀਦੇ ਨੇ ਸੁਭਾਵਿਕ ਜੀ ਗੱਲ ਹੈ ਕਿ ਸਾਡੀ ਜ਼ਿੰਦਗੀ ਵੀ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਹੈ ਫਿਰ ਹੀ ਅਸੀਂ ਚੰਗੇ ਸਾਥੀ ਜਿਹੜੇ ਆ ਉਹ ਲੱਭ ਸਕਾਂਗੇ। ਇਸ ਪੁਸਤਕ ਦੇ ਵਿੱਚ 24 ਲੇਖ ਨੇਗੇ ਜੋ ਇਸ ਤਰ੍ਹਾਂ ਨੇ। ਸੋ ਪਹਿਲਾ ਹੈ ਸ਼ਖਸੀਅਤ ਦੂਸਰਾ ਹੈ ਸੁਹਾਣੀ ਸ਼ਖਸੀਅਤ ਤੀਸਰੀ ਹੈ ਚੰਗੇਰਾ ਜੀਵਨ ਚੌਥੀ ਰਚਨਾ ਹੈ ਸਵੈ ਪੂਰਨਤਾ ਦੀ ਲਗਨ ਅਤੇ ਪੰਜਵੀਂ ਰਚਨਾ ਹੈ ਕੰਮ ਦੀ ਚੋਣ। ਛੇਵੀਂ ਰਚਨਾ ਹੈ ਜੀਵਨ ਜਾਂਚ। ਸੱਤਵੀਂ ਰਚਨਾ ਹੈ ਵਕਤ ਦੀ ਕਦਰ। ਅੱਠਵੀਂ ਰਚਨਾ ਹੈ ਸਫਾਈ। ਨੌਵੀਂ ਰਚਨਾ ਹੈ ਪਖੰਡ। 10ਵੀਂ ਰਚਨਾ ਹੈ ਸਵੈ ਪ੍ਰੇਰਨਾ ਅਤੇ 11ਵੀਂ ਰਚਨਾ ਹੈ ਆਦਰਸ਼। 12ਵੀਂ ਰਚਨਾ ਹੈ ਅਭਿਮਾਨ ਨੂੰ ਮਾਰਨਾ ਜਾਂ ਸਵਾਰਨਾ ਅਤੇ 13ਵੀਂ ਰਚਨਾ ਹੈ ਕੁਚੱਜੀ ਸਾਦਗੀ ਅਤੇ 14ਵੀਂ ਰਚਨਾ ਹੈ ਵਿਚਾਰ। 15ਵੀਂ ਰਚਨਾ ਹੈ ਇਕਾਗਰਤਾ। 16ਵੀਂ ਰਚਨਾ ਹੈ ਸਾਧਨ ਅਤੇ 17ਵੀਂ ਰਚਨਾ ਹੈ ਕਸੂਤੇ ਨਾ ਬਣੋ। 18ਵੀਂ ਰਚਨਾ ਹੈ ਮਿੱਤਰ ਬਣੋ। 19ਵੀਂ ਰਚਨਾ ਹੈ ਨਿੰਮੋ ਚੁਚਨ ਕੜੀਆਂ ਅਤੇ 20ਵੀਂ ਰਚਨਾ ਹੈ ਅਗਾਂਹ ਤੇ ਉਤਾਂਹ ਤੱਕੋ। 21ਵੀਂ ਰਚਨਾ ਹੈ ਬ੍ਰਹਮਚਾਰੀਏ ਅਤੇ 22ਵੀਂ ਰਚਨਾ ਹੈ ਉਪਜਾਊ ਤੇ ਸੰਭਾਲੂ। 23ਵੀਂ ਰਚਨਾ ਹੈ ਅਲੌਕਿਕ ਸ਼ਕਤੀਆਂ ਦਾ ਸਦੀਵੀ ਸਾਗਰ ਅਤੇ 24ਵੀਂ ਰਚਨਾ ਹੈ ਖੁਸ਼ ਰਹਿਣ ਲਈ ਸਵੈ ਸਹਾਇਤਾ। ਸੋ ਇਹ ਸਾਰੇ ਜਿਹੜੇ 24 ਦੇ 24 ਲੇਖ ਨੇ ਉਹ ਸਵੈ ਪੂਰਨਤਾ ਦੀ ਲਗਨ ਪੁਸਤਕ ਦੇ ਵਿੱਚ ਹੈ ਜੋ ਕਿ ਸਰਬਤ ਦੇ ਭਲੇ ਦੀ ਗੱਲ ਕਰਦੀਆਂ ਹੈਗੀਆਂ ਨੇ। ਨੈਕਸਟ ਰਚਨਾ ਹੈ ਖੁੱਲ੍ਹਾ ਦਰ। ਸੋ ਇਸ ਰਚਨਾ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ 1947 ਦੇ ਵਿੱਚ ਔਰ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਇਸਤਰੀਆਂ ਦੇ ਸਰਬਪੱਖੀ ਪ੍ਰਗਤੀ ਨੂੰ ਜਿਹੜਾ ਹੈ ਸਮਰਪਿਤ ਕੀਤਾ ਹੈ ਯਾਨੀ ਕਿ ਇਹ ਕਹਿ ਸਕਦੇ ਕਿ ਇਸਤਰੀਆਂ ਦੀ ਜਿਹੜੇ ਸਰਬਪੱਖੀ ਪ੍ਰਗਤੀ ਦੀ ਗੱਲ ਇਹਦੇ ਵਿੱਚ ਕੀਤੀ ਗਈ ਹੈਗੀ ਆ ਉਹਨਾਂ ਦੇ ਲਈ। ਲੇਖਕ ਦੇ ਅਨੁਸਾਰ ਸਾਡੇ ਸਮਾਜ ਦੇ ਵਿੱਚ ਇਸਤਰੀਆਂ ਲਈ ਹਰ ਦਰਵਾਜ਼ਾ ਬੰਦ ਹੈ ਜਿਸ ਕਾਰਨ ਇਸਤਰੀ ਦਾ ਜੀਵਨ ਮੁਰਝਾ ਗਿਆ ਹੈ। ਸੋ ਹਰ ਤਰ੍ਹਾਂ ਦੀਆਂ ਉਹਦੇ ਉੱਪਰ ਪਾਬੰਦੀ ਲੱਗੀ ਹੈ ਜਿਹਦੇ ਕਾਰਨ ਕਰਕੇ ਉਹਨਾਂ ਦੇ ਜੀਵਨ ਵਿੱਚ ਬਹੁਤ ਘੱਟ ਖੁਸ਼ੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਇਸ ਪੁਸਤਕ ਦੇ ਵਿੱਚ 21 ਲੇਖ ਨੇਗੇ। ਸੋ ਪਹਿਲਾ ਹੈ ਖੁੱਲ੍ਹਾ ਦਰ। ਦੂਸਰੇ ਲੇਖ ਹੈ ਇਸਤਰੀ ਸੁਤੰਤਰਤਾ। ਤੀਸਰਾ ਹੈ ਕੰਮ ਉਸਾਰੂ ਇਸਤਰੀ। ਤੀਸਰਾ ਹੈ ਵਿਧਵਾ। ਚੌਥੀ ਹੈ ਵਿਧਵਾ। ਪੰਜਵੀਂ ਰਚਨਾ ਹੈ ਮੇਰੀ ਭੈਣ ਕਿੱਧਰ ਨੂੰ ਅਤੇ ਛੇਵੀਂ ਰਚਨਾ ਹੈ ਆਦਮੀਆਂ ਦੇ ਧਿਆਨਯੋਗ ਅਤੇ ਸੱਤਵੀਂ ਰਚਨਾ ਹੈ ਆਜ਼ਾਦ ਇਸਤਰੀ।
8ਵੀਂ ਰਚਨਾ ਹੈ ਅਮਰੀਕਨ ਇਸਤਰੀਆਂ ਕੋਲੋਂ ਪ੍ਰੇਰਨਾ। 9ਵੀਂ ਰਚਨਾ ਹੈ ਸਾਡੀਆਂ ਇਸਤਰੀਆਂ। 10ਵੀਂ ਰਚਨਾ ਹੈ ਇੱਕ ਰੈਜੀਮੈਂਟ ਦੀ ਭੈਣ। ਅਤੇ 11ਵੀਂ ਰਚਨਾ ਹੈ ਇੱਕ ਅਮਰੀਕਨ ਭੈਣ ਦੀ ਭਾਰਤੀਆਂ ਭੈਣਾਂ ਵੱਲ ਪੱਤਰਿਕਾ। ਅਤੇ 12ਵੀਂ ਰਚਨਾ ਹੈ ਇੱਕ ਭਾਰਤੀ ਭੈਣ ਦਾ ਅਮਰੀਕਨ ਭੈਣ ਨੂੰ ਉੱਤਰ। ਅਤੇ 13ਵੀਂ ਰਚਨਾ ਹੈ ਅਦੀਬ ਖਾਨੂਮ। ਅਤੇ 14ਵੀਂ ਰਚਨਾ ਹੈ ਫਲਾਰੈਂਸ ਨਾਈਟੈਂਗਲ। ਅਤੇ 15ਵੀਂ ਰਚਨਾ ਹੈ ਇੱਕ ਪਤਨੀ ਉੱਤੇ ਦੂਜਾ ਵਿਆਹ। 16ਵੀਂ ਰਚਨਾ ਹੈ ਉੱਠ ਮੇਰੀ ਭੈਣ। 17ਵੀਂ ਰਚਨਾ ਹੈ ਇੱਕ ਵੇਸ਼ਵਾ ਦਾ ਖਤ। ਅਤੇ 18ਵੀਂ ਰਚਨਾ ਹੈ ਸੋਵੀਅਤ ਦੇਸ਼ ਵੇਸ਼ਵਾ ਗਮਣੀ ਦਾ ਹੱਲ। ਅਤੇ 19ਵੀਂ ਰਚਨਾ ਹੈ ਵੇਸ਼ਵਾ। ਅਤੇ 20ਵੀਂ ਰਚਨਾ ਹੈ ਕੀ ਹੋ ਸਕਦਾ ਹੈ। 21ਵੀਂ ਰਚਨਾ ਹੈ ਇਸਤਰੀਆਂ ਬਾਰੇ ਚੋਣਵੇਂ ਖਿਆਲਾਤ। ਸੋ ਇਹ ਸਾਰੀਆਂ ਰਚਨਾਵਾਂ ਖੁੱਲ੍ਹਾ ਦਰ ਦੇ ਵਿੱਚ ਨੇ, ਜੋ ਇਸਤਰੀਆਂ ਦੇ ਵਿਕਾਸ ਜਾਂ ਇਸਤਰੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਇਸਤਰੀਆਂ ਦੇ ਉੱਪਰ ਜੋ ਪਾਬੰਦੀਆਂ ਲੱਗੀਆਂ ਨੇ, ਉਹਨਾਂ ਦੇ ਬਾਰੇ ਬੜਾ ਅੱਛਾ ਜਿਹੜਾ ਹੈ ਪੇਸ਼ ਲਿਖ ਕਰਦੀ ਹੈਗੀ। ਨੈਕਸਟ ਹੈ ਸਾਡੇ ਵਾਰਿਸ। ਸੋ ਇਹ ਰਚਨਾ 1947 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਔਰ ਇਸ ਪੁਸਤਕ ਦੇ ਵਿੱਚ ਉਹਨਾਂ ਨੇ ਬੱਚਿਆਂ ਦੇ ਪਾਲਣ ਪੋਸ਼ਣ ਵੱਲ ਉਚੇਰਾ ਧਿਆਨ ਦੇਣ ਦਾ ਜਿਹੜਾ ਸੰਦੇਸ਼ ਹੈ ਉਹ ਪੇਸ਼ ਕੀਤਾ ਹੈ ਕਿ ਬੱਚਿਆਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ। ਔਰ ਕੁੱਲ ਇਸ ਦੇ ਵਿੱਚ ਜਿਹੜੇ 28 ਲੇਖ ਨੇ ਉਹ ਸ਼ਾਮਲ ਨੇਗੇ। ਸੋ ਪਹਿਲਾ ਲੇਖ ਹੈ ਵਿਸ਼ਿਸ਼ਟ ਬੁੱਧੀ। ਦੂਸਰਾ ਹੈ ਨਾ ਲਾੜ ਤੇ ਨਾ ਹਕੂਮਤ। ਤੀਸਰੀ ਰਚਨਾ ਹੈ ਲਾਇਕ ਬੱਚੇ। ਚੌਥੀ ਰਚਨਾ ਹੈ ਬੱਚਿਆਂ ਵਿੱਚ ਗੁਨਾਹ ਦਾ ਅਹਿਸਾਸ। ਪੰਜਵੀਂ ਰਚਨਾ ਹੈ ਬੱਚਾ ਕਿਉਂ ਚੋਰੀ ਕਰਦਾ ਹੈ। ਅਤੇ ਛੇਵਾਂ ਹੈ ਆਰੰਭਕ ਵਿੱਦਿਆ ਦੀ ਮਹੱਤਤਾ। ਸੱਤਵੀਂ ਰਚਨਾ ਹੈ ਦੁਨੀਆ ਦੀ ਤਕਦੀਰ ਮਾਪਿਆਂ ਦੇ ਹੱਥ। ਅਤੇ 8ਵੀਂ ਰਚਨਾ ਹੈ ਕਸੂਰ ਦੀ ਭਾਲ ਗਲਤ ਥਾਵੇਂ। ਅਤੇ 9ਵੀਂ ਰਚਨਾ ਹੈ ਖੁਸ਼ੀ ਲੱਭਣ ਵਿੱਚ ਆਪਣੇ ਬੱਚਿਆਂ ਦੀ ਮਦਦ ਕਰੋ। 10ਵੀਂ ਰਚਨਾ ਹੈ ਆਪਣੇ ਜਵਾਨ ਪੁੱਤਰ ਨੂੰ। ਅਤੇ 11ਵੀਂ ਰਚਨਾ ਹੈ ਇਖਲਾਕੀ ਜ਼ਿੰਮੇਵਾਰੀਆਂ ਦੀ ਘਾਟ। 12ਵੀਂ ਰਚਨਾ ਹੈ ਆਪਣੀ ਪੁੱਤਰੀ ਨੂੰ ਵਿਸ਼ਵਾਸ ਵਿੱਚ। ਅਤੇ 13ਵੀਂ ਰਚਨਾ ਹੈ ਦਬਾਓ ਅਤੇ ਆਜ਼ਾਦੀ। ਅਤੇ 14ਵੀਂ ਰਚਨਾ ਹੈ ਹਾਈ ਸਕੂਲ ਦੀਆਂ ਕੁੜੀਆਂ ਨੂੰ। ਅਤੇ 15ਵੀਂ ਰਚਨਾ ਹੈ ਜਵਾਨ ਹੁੰਦੀ ਧੀ ਨਾਲ ਲਿੰਗ ਵਿਚਾਰ। ਅਤੇ 16ਵੀਂ ਰਚਨਾ ਹੈ ਉਸਤਾਦ ਅਤੇ ਵਿਦਿਆਰਥੀ। 17ਵੀਂ ਰਚਨਾ ਹੈ ਮਾਪਿਆਂ ਲਈ। 18ਵੀਂ ਰਚਨਾ ਹੈ ਬੱਚਿਆਂ ਨੂੰ ਦਲੇਰੀ ਸਿਖਾਓ। 19ਵੀਂ ਰਚਨਾ ਹੈ ਜਜ਼ਬਾਤੀ ਅਮੀਰੀ ਅਤੇ ਚੰਗਾ ਚਾਲ ਚੱਲਣ। ਅਤੇ 20ਵੀਂ ਰਚਨਾ ਹੈ ਘਰ ਦੀ ਜ਼ਿੰਦਗੀ ਦਾ ਬੱਚੇ ਉੱਤੇ ਅਸਰ। 21ਵੀਂ ਰਚਨਾ ਹੈ ਵਿਦਿਆਰਥੀ ਬੱਚਿਆਂ ਦੀ ਰਾਖੀ। ਅਤੇ 22ਵੀਂ ਰਚਨਾ ਹੈ ਮਾਪਿਆਂ ਲਈ ਕੁਝ ਇਸ਼ਾਰੇ। 23ਵੀਂ ਰਚਨਾ ਹੈ ਸਰੀਰਕ ਬਲ। 24ਵੀਂ ਰਚਨਾ ਹੈ ਮਾਪੇ ਸੰਤਾਨ ਅਤੇ ਵਿਆਹ। ਅਤੇ 25ਵੀਂ ਰਚਨਾ ਹੈ ਕੁਝ ਨੇਪਰੇ ਚਾੜ੍ਹਨ ਦਾ ਸੰਕਲਪ। ਅਤੇ 26ਵੀਂ ਰਚਨਾ ਹੈ ਕੁਝ ਨੇਪਰੇ ਚੜ੍ਹਨ ਦੀ ਤਸੱਲੀ। ਅਤੇ 27ਵੀਂ ਰਚਨਾ ਹੈ ਸਾਡੀ ਧਰਤੀ ਦੇ ਫੁੱਲ। ਅਤੇ 28ਵੀਂ ਰਚਨਾ ਹੈ ਮਨੁੱਖ ਦੇ ਵਾਰਸਾਂ ਬਾਰੇ ਕੁਝ ਵਿਚਾਰ। ਸੋ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਬੱਚੇ ਦੇ ਨਾਲ ਸੰਬੰਧ ਨੇ, ਉਹਦਾ ਪਾਲਣ ਪੋਸ਼ਣ ਕਿਵੇਂ ਕਰਨਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਹੋ ਸਕਦਾ ਹੈ, ਪੇਰੈਂਟਸ ਕੀ ਕਰ ਸਕਦੇ ਨੇ, ਅਧਿਆਪਕ ਕੀ ਕਰ ਸਕਦੇ ਨੇ, ਉਹਦੀ ਜ਼ਿੰਦਗੀ ਦੇ ਵਿੱਚ ਕਿਵੇਂ ਤਬਦੀਲੀ ਲਿਆਂਦੀ ਜਾ ਸਕਦੀ ਹੈ, ਉਹਦੇ ਸਾਰੇ ਕੁਝ ਨੂੰ ਜਿਹੜਾ ਹੈ ਇਸ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਛੋਟੇ ਛੋਟੇ ਲੇਖਾਂ ਦੇ ਰਾਹੀਂ। ਸੋ ਨੈਕਸਟ ਰਚਨਾ ਹੈ ਚੰਗੇਰੀ ਦੁਨੀਆ। ਸੋ ਅਗਲੀ ਰਚਨਾ ਹੈ ਚੰਗੇਰੀ ਦੁਨੀਆ। ਸੋ ਇਹ ਪ੍ਰਕਾਸ਼ਿਤ ਹੋਈ ਹੈ 1947 ਦੇ ਵਿੱਚ ਔਰ ਇਸ ਪੁਸਤਕ ਦੇ ਵਿੱਚ ਲੇਖਕ ਨੇ ਇੱਕ ਚੰਗੇਰੀ ਦੁਨੀਆ ਦੀ ਤਾਂਘ ਜਿਹੜੀ ਹੈ ਉਸ ਨੂੰ ਪ੍ਰਗਟ ਕੀਤਾ ਹੈ ਕਿ ਕਿਸ ਤਰੀਕੇ ਨਾਲ ਇੱਕ ਚੰਗੇਰੀ ਦੁਨੀਆ ਜਿਹੜੀ ਹੈ, ਚੰਗੀ ਦੁਨੀਆ ਜਿਹੜੀ ਹੈ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਲੇਖਕ ਦੇ ਅਨੁਸਾਰ ਸਾਰੇ ਲੋਕਾਂ ਲਈ ਰੋਟੀ ਕੱਪੜੇ ਦੀਆਂ ਸਹੂਲਤਾਂ, ਵਿੱਦਿਆ ਅਤੇ ਹੁਨਰ ਦੇ ਵਸੀਲੇ ਆਮ ਹੋਣੇ ਹੀ ਚੰਗੀ ਦੁਨਿਆਵੀ ਦੀ ਜਿਹੜੀ ਬੁਨਿਆਦ ਹੈ। ਸੋ ਹਰ ਕੋਲੇ ਜਿਹੜਾ ਹੈ ਕੱਪੜੇ ਲੀੜੇ ਹੋਣੇ ਚਾਹੀਦੇ ਹੈਗੇ ਆ, ਰੋਟੀ ਹੋਣਾ ਚਾਹੀਦੀ ਹੈਗੀ ਆ, ਵਿੱਦਿਆ ਐਜੂਕੇਸ਼ਨ ਜਿਹੜੀ ਆ ਹੋਣੀ ਚਾਹੀਦੀ ਹੈ, ਹਰ ਕੋਲੇ ਕੋਈ ਸਕਿੱਲ ਜਿਹੜੀ ਹੈ, ਹੁਨਰ ਦੇ ਜਿਹੜੇ ਵਸੀਲੇ ਆ ਉਹ ਹੋਣੇ ਚਾਹੀਦੇ ਨੇ ਤਾਂ ਜੋ ਉਹ ਆਪਣੀ ਆਮਦਨ ਦਾ ਸਾਧਨ ਵੀ ਜਿਹੜਾ ਬਣਾ ਸਕੇ। ਇਸੇ ਦੇ ਨਾਲ ਹੀ ਜਿਹੜੀ ਆ ਉਹ ਚੰਗੇਰੀ ਜ਼ਿੰਦਗੀ ਜੀ ਸਕਦਾ ਹੈ ਅਤੇ ਦੁਨੀਆ ਨੂੰ ਵੀ ਚੰਗਾ ਜਿਹੜਾ ਹੈ ਉਹ ਬਣਾ ਸਕਦਾ ਹੈ। ਔਰ ਇਸ ਦੇ ਵਿੱਚ ਕੁੱਲ 24 ਲੇਖ ਨੇਗੇ। ਸੋ ਪਹਿਲਾ ਹੈ ਮੂਰਖ ਮਨੁੱਖ। ਦੂਸਰਾ ਹੈ ਨਵੀਂ ਦੁਨੀਆ। ਤੀਸਰਾ ਹੈ ਨਵਾਂ ਯੁੱਗ। ਚੌਥੀ ਹੈ ਚੰਗੇਰੀ ਦੁਨੀਆ। ਪੰਜਵਾਂ ਹੈ ਇੱਕ ਝਾਤ ਭਵਿੱਖ ਉੱਤੇ। ਛੇਵੀਂ ਰਚਨਾ ਹੈ ਭਵਿੱਖ ਦੀ ਝਾਤੀ। ਸੱਤਵਾਂ ਹੈ ਵਡੇਰਾ ਹਿੰਦੁਸਤਾਨ। ਅਤੇ 8ਵੀਂ ਰਚਨਾ ਹੈ ਜ਼ਿੰਦਗੀ ਦੀ ਏਕਤਾ। 9ਵੀਂ ਰਚਨਾ ਹੈ ਜ਼ਿੰਦਗੀ ਦਾ ਹਸਤਾ ਪਾਸਾ। 10ਵੀਂ ਰਚਨਾ ਹੈ ਖੇਡਾਂ। 11ਵੀਂ ਰਚਨਾ ਹੈ ਸਾਡਾ ਪਿੰਡ ਅਤੇ ਸਾਡਾ ਸ਼ਹਿਰ। 12ਵੀਂ ਰਚਨਾ ਹੈ ਪਿੰਡਾਂ ਵਿੱਚ ਭਾਈਚਾਰਕ ਅਰੋਗਤਾ ਅਤੇ ਸਫਾਈ। 13ਵੀਂ ਰਚਨਾ ਹੈ ਭਾਈਚਾਰੇ ਦੇ ਜੀਵਨ ਅਸੂਲ। 14ਵੀਂ ਰਚਨਾ ਹੈ ਨਵੀਆਂ ਆਜ਼ਾਦੀ ਅਤੇ ਨਵੀਆਂ ਹੋਣੀਆਂ। ਅਤੇ 15ਵੀਂ ਰਚਨਾ ਹੈ ਬਿਮਾਰ ਪੁਰਸ਼ੇ। ਅਤੇ 16ਵੀਂ ਰਚਨਾ ਹੈ ਮੰਗ 'ਤੇ। ਇਸ ਤੋਂ ਅਗਲੀਆਂ 17ਵੀਂ ਰਚਨਾ ਹੈ ਘਰੋਗੀ ਨੌਕਰਾਂ ਦੀ ਦਸ਼ਾ। 18ਵੀਂ ਰਚਨਾ ਹੈ ਰਹਿਣੀ ਦਾ ਮਿਆਰ। ਅਤੇ 19ਵੀਂ ਰਚਨਾ ਹੈ ਕਤਾਰ ਨੇਮ। 20ਵੀਂ ਰਚਨਾ ਹੈ ਦੁੱਖ ਦਾ ਮੂਲ ਕਾਰਨ। ਅਤੇ 21ਵੀਂ ਰਚਨਾ ਹੈ ਚੰਗੇਰੀ ਦੁਨੀਆ। 22ਵੀਂ ਰਚਨਾ ਹੈ ਕੀ ਦੁਨੀਆ ਬਦਲੀ ਨਹੀਂ ਜਾ ਸਕਦੀ। ਅਤੇ 23ਵੀਂ ਰਚਨਾ ਹੈ ਅਤੀ ਉੱਚਾ ਮਨੁੱਖੀ ਆਦਰਸ਼। ਅਤੇ 24ਵੀਂ ਰਚਨਾ ਹੈ ਸੁਖਾਲਾ ਜਿਹਾ ਮਾਰਗ। ਸੋ ਇਹ ਸਾਰੀਆਂ ਰਚਨਾਵਾਂ 24 ਦੀਆਂ 24 ਜਿਹੜੀਆਂ ਨੇ ਚੰਗੀ ਦੁਨੀਆ, ਚੰਗੇ ਮਨੁੱਖ ਦੀ ਗੱਲ ਕਰਦੀਆਂ ਨੇ, ਕਿਵੇਂ ਉਸ ਨਵੀਂ ਦੁਨੀਆ ਨੂੰ ਸਿਰਜ ਸਕਦਾ ਹੈ। ਨੈਕਸਟ ਹੈ ਨਵਾਂ ਸਵਾਲਾ। ਸੋ ਰਚਨਾ
1947 ਦੇ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੁੰਦੀ ਹੈਗੀ ਅਤੇ ਇਸ ਦੇ ਵਿੱਚ ਲੇਖਕ ਨੇ ਮਨੁੱਖਤਾ ਲਈ ਨਵੇਂ ਮੰਦਰ, ਨਵੇਂ ਸ਼ਿਵਾਲੇ ਦੀ ਜ਼ਰੂਰਤ ਦੇ ਵੱਲ ਸੰਕੇਤ ਕੀਤਾ ਹੈ ਕਿ ਮਨੁੱਖ ਲਈ ਇੱਕ ਨਵਾਂ ਮੰਦਰ ਜਾਂ ਸ਼ਿਵਾਲਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਲੇਖਕ ਦੇ ਅਨੁਸਾਰ ਸਾਡਾ ਜੀਵਨ ਸ਼ਿਵਾਲਾ ਪੁਰਾਣਾ ਹੋ ਗਿਆ ਹੈ ਅਤੇ ਇਸ ਨੂੰ ਬਦਲਣ ਦੀ ਜਿਹੜੀ ਜ਼ਰੂਰਤ ਹੈ ਉਹ ਮਹਿਸੂਸ ਕਰ ਰਿਹਾ ਹੈ ਲੇਖਕ। ਪੁਸਤਕ ਦੇ ਵਿੱਚ 21 ਲੇਖ ਨੇ ਜਿਹੜੇ ਉਹ ਪੇਸ਼ ਕੀਤੇ ਗਏ ਨੇ, ਜੋ ਕਿ ਸਾਰੇ ਦੇ ਸਾਰੇ ਲੇਖ ਭਾਈਚਾਰਕ ਸੰਦੇਸ਼ ਪੇਸ਼ ਕਰਦੇ ਨੇਗੇ, ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜਨ ਦੀ ਗੱਲ ਕਰਦੇ ਹੈਗੇ ਨੇਗੇ। ਇਸ ਪੁਸਤਕ ਦੇ ਵਿੱਚ ਪਹਿਲਾ ਲੇਖ ਹੈ ਜ਼ਿੰਦਗੀ ਕਲਾ ਦਾ ਇੱਕ ਟੁਕੜਾ, ਦੂਸਰੀ ਰਚਨਾ ਹੈ ਸੁਹਾਵਣਾ ਵਤਨ, ਤੀਸਰਾ ਹੈ ਕਲੀਆਂ ਕੋਇਲਾਂ ਦਾ ਪੈਗਾਮ, ਚੌਥੀ ਰਚਨਾ ਹੈ ਨਵਾਂ ਸ਼ਿਵਾਲਾ, ਪੰਜਵੀਂ ਰਚਨਾ ਹੈ ਕਲਾਕਾਰ ਦਾ ਫਰਜ਼ ਅਤੇ ਛੇਵੀਂ ਰਚਨਾ ਹੈ ਆਲੇ ਭੋਲੇ ਘੁੱਗੂ ਘੋੜੇ ਅਤੇ ਸੱਤਵੀਂ ਰਚਨਾ ਹੈ ਸਾਡੀ ਪੈਲੀ ਵਿੱਚ ਬਟੇਰਾ, ਅੱਠਵੀਂ ਰਚਨਾ ਹੈ ਜ਼ਿੰਦਗੀ ਨੇ ਗਿਲਾ ਕੀਤਾ, ਨੌਵੀਂ ਰਚਨਾ ਹੈ ਅਤੀ ਸਵਾਦਲੀਆਂ ਸੋਚਾਂ, 10ਵੀਂ ਰਚਨਾ ਹੈ ਟੱਪਰੀਵਾਸ, 11ਵੀਂ ਰਚਨਾ ਹੈ ਜੁਰਾਇਮ ਪੇਸ਼ਾ ਲੋਕ ਅਤੇ 12ਵੀਂ ਰਚਨਾ ਹੈ ਲੋਹੜੀ ਅਤੇ 13ਵੀਂ ਰਚਨਾ ਹੈ ਪੰਛੀਆਂ ਦੇ ਦੇਸ਼ ਦੌਰੇ, 14ਵੀਂ ਰਚਨਾ ਹੈ ਸੁੰਦਰਤਾ ਤੋਂ ਵਡੇਰਾ ਕੋਈ ਮਜ਼ਹਬ ਨਹੀਂ ਹੈ, 15ਵੀਂ ਰਚਨਾ ਹੈ ਸੁੰਦਰਤਾ, 16ਵੀਂ ਰਚਨਾ ਹੈ ਲੋਹੜੀ ਦਾ ਹਿੰਦੁਸਤਾਨ, 17ਵੀਂ ਰਚਨਾ ਹੈ ਇੱਕ ਝਾਤ ਸਾਰੇ ਆਲਮ 'ਤੇ, 18ਵੀਂ ਰਚਨਾ ਹੈ ਜੋ ਮੁੜ ਜੀਵਨ ਮੈਂ ਜਿਉ ਸਕਾਂ ਅਤੇ 19ਵੀਂ ਰਚਨਾ ਹੈ ਵਾਤਾਵਰਣ ਵਿੱਚ ਸੁੰਦਰਤਾ ਅਤੇ 20ਵੀਂ ਰਚਨਾ ਹੈ ਸਾਫ਼ ਲੜਾਕਾ ਅਤੇ 21ਵੀਂ ਜੋ ਲਾਸਟ ਰਚਨਾ ਹੈ ਉਹ ਹੈ ਕਲਾ ਭਾਵਨਾਵਾਂ ਦੀ ਬੋਲੀ। ਸੋ ਇਹ ਸਾਰੇ ਦੇ ਸਾਰੇ ਲੇਖ ਨੇ ਜਿਹੜੇ ਉਹ ਭਾਈਚਾਰਕ ਦੇ ਉੱਪਰ ਫੋਕਸ ਕਰਦੇ ਨੇਗੇ, ਇੱਕ ਦੂਜੇ ਨਾਲ ਜੋੜਨ ਦੀ ਗੱਲ ਕਰਦੇ ਨੇ, ਮਿਲਵਰਤਨ ਦੀ ਜਿਹੜੀ ਗੱਲ ਹੈ ਉਸ ਦੇ ਉੱਪਰ ਫੋਕਸ ਕਰਦੇ ਨੇ। ਨੈਕਸਟ ਰਚਨਾ ਹੈ ਜ਼ਿੰਦਗੀ ਦੇ ਸਕੂਲ 'ਚੋਂ। ਸੋ ਇਹ ਰਚਨਾ 1949 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਇਸ ਦੇ ਵਿੱਚ 78 ਲਘੂ ਲੇਖ ਜਿਹੜੇ ਨੇ ਉਹ ਸ਼ਾਮਲ ਨੇ, ਜਿਹੜੇ ਕਿ ਉਹਨਾਂ ਦੀ ਆਪਣੀ ਹੱਡਬੀਤੀ ਦੇ ਆਧਾਰ ਦੇ ਉੱਪਰ ਲਿਖੇ ਗਏ ਹੈਗੇ ਨੇ। ਔਰ ਇਸ ਪੁਸਤਕ ਦੇ ਵਿੱਚ ਕੁਝ ਲੇਖ ਜਿਹੜੇ ਨੇ ਸਰਦਾਰ ਨਵਤੇਜ ਸਿੰਘ ਦੀਆਂ ਰਚਨਾਵਾਂ ਵੀ ਨੇ, ਨਵਤੇਜ ਸਿੰਘ ਦੀਆਂ ਜਿਹੜੀਆਂ ਰਚਨਾਵਾਂ ਨੇ ਸ਼ਾਮਲ ਨੇਗੀਆਂ, ਜਿਹੜੇ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਭ ਤੋਂ ਵੱਡਾ ਪੁੱਤਰ ਸੀਗਾ। ਸੋ ਉਹਨਾਂ ਦੇ ਦੁਆਰਾ ਇਸ ਰਚਨਾ ਨੂੰ ਜਿਹੜਾ ਹੈ 4 ਰੰਗ ਲਾਏ ਗਏ ਨੇ, ਯਾਨੀ ਕਿ ਉਹਨਾਂ ਦੇ ਵੀ ਲੇਖ ਜਿਹੜੇ ਆ ਉਹ ਇਸ ਦੇ ਵਿੱਚ ਇਨਕਲੂਡ ਹੈਗੇ ਨੇ ਗੇ। ਨੈਕਸਟ ਹੈ ਤਾਜ ਤੇ ਸਰੂ। ਸੋ ਇਸ ਦਾ ਪ੍ਰਕਾਸ਼ਨ ਜਿਹੜਾ ਹੈ ਉਹ 1949 ਦੇ ਵਿੱਚ ਹੋਇਆ ਸੀਗਾ ਅਤੇ ਕੁੱਲ 24 ਲੇਖ ਇਸ ਦੇ ਵਿੱਚ ਸ਼ਾਮਿਲ ਸੀਗੇ। ਪੁਸਤਕ ਦੇ ਸਾਰੇ ਲੇਖ ਜਿਹੜੇ ਆ ਉਹ ਜੀਵਨ ਦੀ ਜਿਹੜੀ ਹੈ ਪ੍ਰੇਰਨਾ ਨਾਲ ਸੰਬੰਧ ਨੇ, ਜੀਵਨ ਨੂੰ ਪ੍ਰੇਰਿਤ ਕਰਦੇ ਨੇ ਕੁਛ ਨਾ ਕੁਛ ਕਰਨ ਦੇ ਲਈ, ਜਿਹੜਾ ਹਮੇਸ਼ਾ ਮੋਟੀਵੇਟ ਕਰਦੇ ਨੇ, ਉਸ ਦੇ ਉੱਪਰ ਫੋਕਸ ਕੀਤਾ ਗਿਆ ਹੈ। ਸੋ ਇਹਦੇ ਕੁਝ ਲੇਖ ਜਿਹੜੇ ਆ ਉਹ ਹੈਗੇ ਨੇ। ਸੋ ਪਹਿਲਾ ਹੈ ਗੁਰੂ ਨਾਨਕ, ਦੂਸਰਾ ਹੈ ਪੰਛੀਆਂ ਦੇ ਦੇਸ਼ ਦੌਰੇ, ਤੀਸਰੀ ਹੈ ਕਾਮਯਾਬੀ ਲਈ ਵੱਡਾ ਵਸੀਲਾ, ਚੌਥੀ ਰਚਨਾ ਹੈ ਫਬਣੀ, ਪੰਜਵੀਂ ਰਚਨਾ ਹੈ ਸਾਡਾ ਬ੍ਰਹਿਮੰਡ, ਛੇਵੀਂ ਰਚਨਾ ਹੈ ਕਿ ਹਰ ਕੋਈ ਸੋਹਣਾ ਬਣ ਸਕਦਾ ਹੈ, ਸੱਤਵੀਂ ਰਚਨਾ ਹੈ ਕੋਹੀਨੂਰ, ਅੱਠਵਾਂ ਹੈ ਸੰਪੂਰਨ ਸ਼ਖਸੀਅਤ ਅਤੇ ਨੌਵਾਂ ਹੈ ਸਾਡੀ ਪੈਲੀ ਵਿੱਚ ਬਟੇਰਾ, 10ਵੀਂ ਰਚਨਾ ਹੈ ਕੁਚੱਜੀ ਸਾਦਗੀ, 11ਵੀਂ ਰਚਨਾ ਹੈ ਵਧੀਆ ਹੋਣਾ, 13ਵੀਂ ਰਚਨਾ ਹੈ ਤਾਜ ਤੇ ਸਰੂ ਅਤੇ 13ਵੀਂ ਰਚਨਾ ਹੈ ਵਕਤ ਦੀ ਕਦਰ ਅਤੇ 14ਵੀਂ ਰਚਨਾ ਹੈ ਉਮਰ ਲੰਬੀ ਹੋ ਸਕਦੀ ਹੈ, 15ਵੀਂ ਰਚਨਾ ਹੈ ਗਾਂ ਤੋਂ ਉਤਾਂ ਤੱਕ ਅਤੇ ਲੋਹੜੀ 16ਵੀਂ ਰਚਨਾ ਹੈ ਅਤੇ 17ਵੀਂ ਰਚਨਾ ਹੈ ਕੰਮ ਦੀ ਚੋਣ, 18ਵੀਂ ਰਚਨਾ ਹੈ ਆਲੇ ਭੋਲੇ ਘੁੱਗੂ ਘੋੜੇ ਅਤੇ 19ਵੀਂ ਰਚਨਾ ਹੈ ਸੋਹਣਾ ਕੌਣ ਅਤੇ 20ਵੀਂ ਰਚਨਾ ਹੈ ਜੇ ਮੁੜ ਜੀਵਨ ਜਿਉ ਸਕਾਂ ਅਤੇ 21ਵੀਂ ਰਚਨਾ ਹੈ ਸੁਖਾਲਾ ਰਾਹ ਅਤੇ 22ਵੀਂ ਰਚਨਾ ਹੈ ਜੀਵਨ ਉਤਸ਼ਾਹ ਅਤੇ 23ਵੀਂ ਰਚਨਾ ਹੈ ਸਾਡੇ ਅੰਦਰ ਤਾਰੇ ਅਤੇ 24ਵੀਂ ਰਚਨਾ ਲਾਸਟ ਰਚਨਾ ਸਰੀਰਕ ਯੋਗਤਾ ਹੈ। ਸੋ ਇਹ ਸਾਰੇ ਦੇ ਸਾਰੇ ਲੇਖ ਜਿਹੜੇ ਨੇ ਤਾਜ ਤੇ ਸਰੂ ਦੇ ਵਿੱਚ, ਜੋ ਕਿ 1949 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਸੋ ਇਸ ਦੇ ਕੁਝ ਲੇਖ ਜਿਹੜੇ ਹੈਗੇ ਨੇ ਉਹ ਪਹਿਲਾਂ ਤੋਂ ਵੀ ਕਈ ਪੁਸਤਕਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਸੋ ਉਸ ਤੋਂ ਇੱਕ ਹੋਰ ਜਿਹੜੇ ਹੈ ਦੁਬਾਰਾ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ। ਨੈਕਸਟ ਹੈ ਨਵੀਂ ਤਕੜੀ ਦੁਨੀਆ। ਸੋ ਇਸ ਦਾ ਪ੍ਰਕਾਸ਼ਨ 1950 ਦੇ ਵਿੱਚ ਹੋਇਆ ਹੈ। ਸੋ ਇਸ ਪੁਸਤਕ ਦੇ ਵਿੱਚ ਲੇਖਕ ਨੇ ਨਵੀਂ ਤੇ ਤਕੜੀ ਦੁਨੀਆ ਦੇ ਬਾਰੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਹੈ ਉਹ ਨਵੀਂ ਹੋਵੇਗੀ ਤੇ ਤਕੜੀ ਵੀ ਹੋਵੇਗੀ। ਸੋ ਉਸ ਬਾਰੇ ਉਹਨਾਂ ਨੇ ਭਵਿੱਖਬਾਣੀ ਕੀਤੀ ਸੀ ਔਰ ਇਹ ਦੁਨੀਆ ਉਸ ਸਮੇਂ ਅੱਜ ਨਾਲੋਂ ਵਧੇਰੀ ਨਰੋਈ ਤੇ ਤਕੜੀ ਹੋ ਜਾਵੇਗੀ ਜਦੋਂ ਸਾਰੀ ਧਰਤੀ ਸਾਰੇ ਮਨੁੱਖਤਾ ਦੀ ਸਾਂਝੀ ਹੋ ਜਾਵੇਗੀ। ਸੋ ਇਹ ਸਾਰਾ ਫਿਕਸ ਉਸ ਦੇ ਉੱਪਰ ਕੀਤਾ ਗਿਆ ਹੈ। ਜਦੋਂ ਸਾਡੇ ਵਿੱਚ ਭਾਈਚਾਰਕ ਹੋਂਦ ਆਊਗੀ, ਅਸੀਂ ਸਾਰਿਆਂ ਨੂੰ ਇੱਕੋ ਜਿਹੇ ਸਮਝਾਂਗੇ ਤੇ ਸਾਰੀ ਧਰਤੀ ਦੇ ਉੱਪਰ ਜਿੰਨੇ ਮਨੁੱਖ ਨੇ ਉਹ ਸਾਰੀ ਸਾਂਝੀ ਧਰਤੀ ਦਾ ਇਸਤੇਮਾਲ ਕਰਨਗੇ, ਵੰਡ ਨਹੀਂ ਹੋਊਗੀ। ਵਿਗਿਆਨ ਦੀ ਸਹਾਇਤਾ ਦੇ ਨਾਲ ਇਸ ਉੱਤੇ ਖੇਤੀ ਕੀਤੀ ਜਾਵੇਗੀ ਅਤੇ ਇਹ ਖੇਤੀ ਸਭ ਤੋਂ ਰਜ਼ੇਵੇ ਦਾ ਜਿਹੜਾ ਸਾਧਨ ਬਣੇਗੀ ਸਭ ਦੇ ਲਈ। ਸੋ ਇਹ ਨਹੀਂ ਹੈ ਕਿ ਕਿਸੇ ਖਾਸ ਲਈ, ਹਰ ਇੱਕ ਦੇ ਲਈ ਇੱਕ ਰਜ਼ੇਵੇਂ ਦਾ ਪੇਟ ਭਰਨ ਦੇ ਲਈ ਜਿਹੜਾ ਹੋਵੇਗੀ। ਸੋ ਇਸ ਦੇ ਨਾਲ ਕਹਿ ਸਕਦੇ ਹਾਂ ਸਾਰਿਆਂ ਦੇ ਵਿੱਚ ਇੱਕ ਨਵੀਂ ਤੇ ਨਰੋਈ ਜ਼ਿੰਦਗੀ ਜਿਹੜੀ ਉਹ ਆ ਜਾਵੇਗੀ। ਇਸ ਪੁਸਤਕ ਦੇ ਵਿੱਚ ਕੁੱਲ 14 ਲੇਖ ਨੇ। ਸੋ ਪਹਿਲੀ ਰਚਨਾ ਹੈ ਦੋ ਰਾਹ ਉੱਤੇ ਤਾਰੀਖ ਨਿਰਣਾ ਅਤੇ ਦੂਸਰੀ ਰਚਨਾ ਹੈ ਨਵੀਂ ਤਕੜੀ ਦੁਨੀਆ, ਤੀਸਰੀ ਰਚਨਾ ਹੈ ਦੁਸ਼ਮਣ ਕੌਣ, ਚੌਥੀ ਰਚਨਾ ਹੈ ਦੁਨੀਆ ਸਾਂਝੀ ਕੀ ਕਰ ਹੋਵੇਗੀ ਅਤੇ ਪੰਜਵੀਂ ਰਚਨਾ ਹੈ ਜ਼ਿੰਦਗੀ ਦੇ ਉਸਾਰੀਏ ਤੇ ਢਵਈਏ
ਅਤੇ 6ਵੀਂ ਰਚਨਾ ਹੈ ਪੁਰਾਣੇ ਤੇ ਨਵੇਂ ਦੋ ਦ੍ਰਿਸ਼ ਅਤੇ 7ਵੀਂ ਰਚਨਾ ਹੈ ਹੋਣੀ ਦੇ ਕੜਾਹੇ ਦੇ ਵਿੱਚ ਅਤੇ 8ਵੀਂ ਰਚਨਾ ਹੈ ਸਾਥੀਆਂ ਦੀ ਦੁਨੀਆ 9ਵੀਂ ਰਚਨਾ ਹੈ ਸਾਥੀ 10ਵੀਂ ਰਚਨਾ ਹੈ ਨਵੀਂ ਤਕੜੀ ਦੁਨੀਆ ਦਾ ਵਿਗਿਆਨਕ ਦ੍ਰਿਸ਼ 11ਵੀਂ ਰਚਨਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ 12ਵੀਂ ਰਚਨਾ ਹੈ ਹਿੰਸਾ ਅਤੇ ਅਹਿੰਸਾ 13ਵੀਂ ਰਚਨਾ ਹੈ ਬੁਨਿਆਦੀ ਮਨੁੱਖੀ ਹੱਕ ਅਤੇ 14ਵੀਂ ਰਚਨਾ ਲਾਸਟ ਹੈ ਸੋਹਣੀ ਦੁਨੀਆ। ਸੇ ਆਉਣ ਵਾਲੇ ਭਵਿੱਖ ਦੇ ਵਿੱਚ ਨਵੇਂ ਲੋਕਾਂ ਅਤੇ ਨਵੀਂ ਦੁਨੀਆ ਬਾਰੇ ਹੈ ਜੋ ਕਿ ਭਾਈਚਾਰਕ ਸਾਂਝ ਦੇ ਉੱਪਰ ਫੋਕਸ ਕਰੇਗੀ, ਸੋ ਉਸ ਦੇ ਉੱਪਰ ਜ਼ਿਆਦਾ ਲਿਖਿਆ ਗਿਆ ਸੀਗਾ। ਨੈਕਸਟ ਰਚਨਾ ਹੈ ਭਖ ਦੀ ਜੀਵਨ ਚੰਗਿਆੜੀ। ਭਖ ਦੀ ਜੀਵਨ ਚੰਗਿਆੜੀ, ਸੋ ਇਹ ਰਚਨਾ ਪਹਿਲੀ ਵਾਰ 1950 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਅਤੇ ਇਸ ਦੇ ਵਿੱਚ ਕੁੱਲ 26 ਲੇਖ ਜਿਹੜੇ ਨੇ ਉਹ ਸ਼ਾਮਲ ਨੇ। ਲੇਖਕ ਨੇ ਹਰ ਇੱਕ ਵਿਅਕਤੀ ਨੂੰ ਆਪਣੀ ਜੀਵਨ ਚੰਗਿਆੜੀ ਨੂੰ ਸਦਾ ਭਖਦੀ ਰੱਖਣ ਦੇ ਲਈ ਕਿਹਾ ਹੈ ਕਿਉਂਕਿ ਸਮਾਜ ਦੇ ਸਵਸਥ ਵਿਕਾਸ ਲਈ ਇਸ ਦੀ ਬੁਨਿਆਦ ਬਹੁਤ ਜ਼ਰੂਰੀ ਹੈ। ਸੋ ਉਹਨੇ ਦੱਸਿਆ ਹੈ ਕਿ ਜੀਵਨ ਦੀ ਜੇ ਚੰਗਿਆੜੀ ਤੁਹਾਡੇ ਵਿੱਚ ਹਮੇਸ਼ਾ ਭਖਦੀ ਰਹੇਗੀ ਤਾਂ ਤੁਸੀਂ ਚੱਲਦੇ ਰਹੋਗੇ, ਨਹੀਂ ਤਾਂ ਇਹ ਵੀ ਰੁਕ ਜਾਵੇਗੀ। ਇਹਦੇ ਉੱਪਰ ਜ਼ਿਆਦਾ ਫੋਕਸ ਕੀਤਾ ਸੀ। ਸੋ ਇਸ ਦਾ ਪਹਿਲਾ ਲੇਖ ਹੈ ਖੁਸ਼ੀ ਦੀ ਕਾਢ, ਦੂਸਰਾ ਹੈ ਨਵੇਂ ਦਿਸ਼ਾ ਦੇ ਅਤੇ ਤੀਸਰੀ ਰਚਨਾ ਹੈ ਲੋੜ ਖੁੱਲੇ ਸੂਰਜ ਦੀ ਅਤੇ ਚੌਥੀ ਰਚਨਾ ਹੈ ਅਡੋਲ ਨਿਸ਼ਚਿਤ ਤੇ ਨਿਰਭਉ ਅਤੇ ਪੰਜਵੀਂ ਰਚਨਾ ਹੈ ਚਾਉ ਭਰੇ 24 ਘੰਟੇ ਅਤੇ ਛੇਵੀਂ ਰਚਨਾ ਹੈ ਪਿਛਲੇ ਲੇਖ ਉੱਤੇ ਨੁਕਤਾਚੀਨੀ, ਸੱਤਵੀਂ ਰਚਨਾ ਹੈ ਜੇ ਦੂਜਾ ਬਾਂਝਦਾ ਰਹੇ ਅਤੇ ਅੱਠਵੀਂ ਰਚਨਾ ਹੈ ਕਾਮਯਾਬ ਪਤੀ ਪਤਨੀ ਇੱਕ ਅਤੇ ਅਗਲੀ ਰਚਨਾ ਹੈ ਨੌਵੀਂ ਕਾਮਯਾਬ ਪਤੀ ਪਤਨੀ ਭਾਗ ਦੂਸਰਾ ਅਤੇ 10ਵੀਂ ਰਚਨਾ ਹੈ ਕਾਮਯਾਬ ਪਤੀ ਪਤਨੀ ਭਾਗ ਤੀਜਾ ਅਤੇ 11ਵੀਂ ਰਚਨਾ ਹੈ ਸੋਹਣਾ ਜੀਵਨ, 12ਵੀਂ ਰਚਨਾ ਹੈ ਸੋਹਣਾ ਸਰੀਰ, 13ਵੀਂ ਰਚਨਾ ਹੈ ਜਵਾਨੀ, 14ਵੀਂ ਰਚਨਾ ਹੈ ਸੁੰਦਰਤਾ ਅਤੇ 15ਵੀਂ ਰਚਨਾ ਹੈ ਰੂਹਾਨੀ ਸਵਰਨ ਚੱਕਰ ਅਤੇ 16ਵੀਂ ਰਚਨਾ ਹੈ ਭਖ ਦਾ ਉਤਸ਼ਾਹ, 17ਵੀਂ ਰਚਨਾ ਹੈ ਕੰਮ ਭਖਦਾ ਹੈ ਅਤੇ 18ਵੀਂ ਰਚਨਾ ਹੈ ਤਾਕਤ ਦਾ ਬੈਂਕ ਅਤੇ 19ਵੀਂ ਰਚਨਾ ਹੈ ਫੁੱਲਾਂ ਵਰਗੀ ਸੁਚੱਜਤਾ ਅਤੇ 20ਵੀਂ ਰਚਨਾ ਹੈ ਕਲੀਆਂ ਕੋਇਲਾਂ ਦਾ ਪੈਗਾ ਅਤੇ 21ਵੀਂ ਰਚਨਾ ਹੈ ਜ਼ਿੰਦਗੀ ਕਲਾ ਦਾ ਇੱਕ ਟੁਕੜਾ ਅਤੇ 22ਵੀਂ ਰਚਨਾ ਹੈ ਚੰਗਾ ਲੱਗਣਾ, 23ਵੀਂ ਰਚਨਾ ਹੈ ਪ੍ਰਸੰਨਤਾ ਅਤੇ 24ਵੀਂ ਰਚਨਾ ਹੈ ਕੱਲ੍ਹ ਨਹੀਂ ਅੱਜ ਜਿਉਣਾ, 25ਵੀਂ ਰਚਨਾ ਹੈ ਜ਼ਿੰਦਗੀ ਨੇ ਗਿਲਾ ਕੀਤਾ ਅਤੇ 26ਵੀਂ ਰਚਨਾ ਹੈ ਅਤੀ ਉੱਚਾ ਆਦਰਸ਼। ਸੋ ਇਹ ਰਚਨਾ ਜਿਹੜੀ ਹੈ ਭਖ ਦੇ ਜੀਵਨ ਚੰਗਿਆੜੀ ਦੇ ਉੱਪਰ ਹੈ, ਉਸਦੇ ਸਾਰੇ ਲੇਖ ਨੇ ਜਿਹਦੇ ਵਿੱਚ ਜ਼ਿੰਦਗੀ ਜਿਉਣ ਦੇ ਲਈ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦੀ ਚੰਗਿਆੜੀ ਉਸਦੇ ਵਿੱਚ ਭਖਣੀ ਜ਼ਰੂਰੀ ਹੈ, ਤਾਂ ਹੀ ਉਹ ਕਾਮਯਾਬ ਹੋ ਸਕਦਾ ਹੈ। ਅਗਲੀ ਰਚਨਾ ਹੈ ਖੁਸ਼ਹਾਲ ਜੀਵਨ। ਸੋ ਖੁਸ਼ਹਾਲ ਜੀਵਨ ਜਿਹੜਾ ਹੈ ਇਸ ਦੀ ਪ੍ਰਕਾਸ਼ਨ ਹੋਇਆ ਜਿਹੜਾ ਹੈ 1950 ਦੇ ਵਿੱਚ ਹੋਇਆ ਸੀਗਾ ਅਤੇ ਇਸ ਦੇ ਵਿੱਚ ਕੁੱਲ 13 ਲੇਖ ਨੇ ਜਿਹੜੇ ਉਹ ਸ਼ਾਮਲ ਨੇਗੇ। ਇਸ ਪੁਸਤਕ ਦਾ ਮੁੱਖ ਮੋਟਿਵ ਜਾਂ ਮੁੱਖ ਮਨੋਰਥ ਸੀਗਾ ਉਹ ਇੱਕ ਅਜਿਹੇ ਮਾਰਗ ਦੀ ਸੋਝੀ ਦੇਣਾ ਸੀ ਜਿਸ ਦੇ ਦੁਆਰਾ ਸਾਡੇ ਜੀਵਨ ਵਿੱਚ ਖੁਸ਼ੀ ਖੇੜਾ ਅਤੇ ਖੁਸ਼ਹਾਲੀ ਜਿਹੜੇ ਨੇ ਉਹ ਆ ਸਕਣ। ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਨੂੰ ਜਿਹੜਾ ਹੈ ਜ਼ਿਆਦਾ ਫੋਕਸ ਕੀਤਾ ਗਿਆ ਸੀ। ਇਹਦੇ ਵਿੱਚ 13 ਲੇਖ ਨੇਗੇ। ਸੋ ਪਹਿਲਾ ਲੇਖ ਹੈ ਖੁਸ਼ਹਾਲੀ ਦਾ ਰਾਜ਼, ਦੂਸਰਾ ਹੈ ਸੱਚੀ ਖੁਸ਼ਹਾਲੀ ਤੇ ਉਹਦੀ ਪ੍ਰਾਪਤੀ, ਤੀਸਰਾ ਲੇਖ ਹੈ ਖੁਸ਼ਹਾਲੀ ਦੀ ਪ੍ਰੀਖਿਆ, ਚੌਥੀ ਹੈ ਕਾਮਯਾਬੀ ਅਤੇ ਪੰਜਵਾਂ ਹੈ ਕਾਮਯਾਬੀ ਦੇ ਗੁਣ ਕਰਮ ਅਤੇ ਛੇਵੀਂ ਹੈ ਬੇਰੁਜ਼ਗਾਰ ਦੇ ਕਾਰਨ ਅਤੇ ਇਲਾਜ ਅਤੇ ਸੱਤਵੀਂ ਰਚਨਾ ਹੈ ਵਿਚਾਰ ਨਾਲ ਰੁਜ਼ਗਾਰ ਅਤੇ ਅੱਠਵੀਂ ਰਚਨਾ ਹੈ ਮੇਲੇ ਘਰ ਦੇ ਕੰਮ ਉਸਾਰਨ ਦੇ ਵਧੀਆ ਵਸੀਲੇ, ਨੌਵੀਂ ਰਚਨਾ ਹੈ ਕਿਸੇ ਇਮਾਨਦਾਰ ਕੰਮ ਵਿੱਚ ਸ਼ਰਮ ਨਹੀਂ ਅਤੇ 10ਵੀਂ ਰਚਨਾ ਹੈ ਰੁਜ਼ਗਾਰ, 11ਵੀਂ ਰਚਨਾ ਹੈ ਫਬਣੀ, 12ਵੀਂ ਹੈ ਨਵੀਂ ਤੇ ਤਕੜੀ ਦੁਨੀਆ ਅਤੇ 13ਵੀਂ ਰਚਨਾ ਹੈ ਕੱਚੀਆਂ ਲੀਲਾਂ ਤੇ ਪੱਕੇ ਬੇਰ। ਸੋ ਨੈਕਸਟ ਰਚਨਾ ਹੈ ਰੀਝਾਂ ਦੀ ਖੱਡੀ। ਸੋ ਇਸ ਰਚਨਾ ਦਾ ਪ੍ਰਕਾਸ਼ਨ ਹੋਇਆ ਪਹਿਲੀ ਵਾਰ 1953 ਦੇ ਵਿੱਚ ਅਤੇ ਇਸ ਦੇ ਵਿੱਚ ਕੁੱਲ 17 ਲੇਖ ਨੇਗੇ ਅਤੇ ਇਸ ਦੇ ਵਿੱਚ ਬੱਚਿਆਂ ਨੂੰ ਸੇਧ ਤੇ ਪ੍ਰੇਰਨਾ ਦੇਣ ਦੀ ਜਿਹੜੀ ਗੱਲ ਕੀਤੀ ਗਈ ਹੈ। ਸੋ ਇਹ ਵੀ ਜਿਹੜੀ ਹੈ ਬੱਚਿਆਂ ਦੇ ਨਾਲ ਹੀ ਸੰਬੰਧਿਤ ਰਚਨਾ ਹੈ। ਸੋ ਪਹਿਲਾ ਲੇਖ ਹੈ ਦੁਨੀਆ ਕੌਣ ਬਣਾਉਂਦਾ ਹੈ, ਦੂਸਰਾ ਹੈ ਰੀਝਾਂ ਦੀ ਖੱਡੀ, ਤੀਸਰੀ ਹੈ ਇਹ ਦੁਨੀਆ ਸਾਡੀ, ਚੌਥਾ ਹੈ ਜੋ ਹੋ ਸੋਈ ਦਿਸੇ ਅਤੇ ਮਾਂ, ਛੇਵੀਂ ਰਚਨਾ ਹੈ ਰੰਗ ਸੁਰੰਗੇ ਫੁੱਲ ਤਿਤਲੀਆਂ ਅਤੇ ਤਿਤਰੀਆਂ, ਸੱਤਵੀਂ ਰਚਨਾ ਹੈ ਫੁੱਲ ਕਹਿੰਦਾ ਬਾਲਾਂ ਨੂੰ, ਅੱਠਵੀਂ ਰਚਨਾ ਹੈ ਪੁਰਾਣਿਆਂ ਦੀ ਮਿਲਣੀ 'ਚੋਂ ਨਵਾਂ ਖੇੜਾ ਅਤੇ ਨੌਵੀਂ ਰਚਨਾ ਹੈ ਪਤਝੜ ਦੇ ਅੰਤ ਉੱਤੇ, 10ਵੀਂ ਰਚਨਾ ਹੈ ਪਾਲਣ, 11ਵੀਂ ਰਚਨਾ ਹੈ ਜਿਹੜੇ ਪਾਸ ਨਹੀਂ ਹੋਏ, 12ਵੀਂ ਰਚਨਾ ਹੈ ਫਬਣੀ, 13ਵੀਂ ਰਚਨਾ ਹੈ ਸਾਡਾ ਬ੍ਰਹਿਮੰਡ, 14ਵੀਂ ਰਚਨਾ ਹੈ ਕੀ ਹੋਰ ਕੋਈ ਸੋਹਣਾ ਬਣ ਸਕਦਾ ਹੈ ਅਤੇ 16ਵੀਂ ਰਚਨਾ ਹੈ ਪੰਛੀਆਂ ਦੇ ਦੇਸ਼ ਦੌਰੇ ਅਤੇ 16ਵੀਂ ਰਚਨਾ ਹੈ ਕਾਮਯਾਬੀ ਦਾ ਵੱਡਾ ਵਸੀਲਾ ਅਤੇ ਲਾਸਟ ਹੈ ਨਰੋਇਆ ਦਿਮਾਗ। ਸੋ ਇਹ ਰਚਨਾ ਜਿਹੜੀਆਂ ਨੇ ਰੀਝਾਂ ਦੀ ਖੱਡੀ ਦੇ ਵਿੱਚ ਹੈ ਜੋ ਕਿ ਬੱਚਿਆਂ ਦੇ ਨਾਲ ਸੰਬੰਧਿਤ ਹੈ, 1953 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ। ਨੈਕਸਟ ਰਚਨਾ ਹੈ ਜ਼ਿੰਦਗੀ ਦੀ ਰਾਸ। ਸੋ ਕਾਫੀ ਇੰਪੋਰਟੈਂਟ ਹੈ ਵੀ 1957 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਜਿਸ ਦੇ ਵਿੱਚ ਕੁੱਲ 20 ਲੇਖ ਜਿਹੜੇ ਆ ਉਹ ਸ਼ਾਮਲ ਹੈਗੇ ਨੇ ਔਰ ਲੇਖਕ ਨੇ ਇਸ ਦੇ ਵਿੱਚ ਗਿਆਨ, ਸੁੰਦਰਤਾ, ਮਾਂ ਬੋਲੀ, ਸਾਹਿਤ, ਖੁਸ਼ੀ ਦੇ ਆਧਾਰ 'ਤੇ ਧਾਰਮਿਕ ਸਦਭਾਵਨਾ, ਪਿਆਰ, ਸੱਭਿਆਚਾਰਕ
ਆਦਿ ਵਿਸ਼ਿਆਂ ਦੇ ਉੱਪਰ ਜਿਹੜਾ ਹੈ ਵਿਚਾਰ ਪ੍ਰਗਟ ਕੀਤੇ ਨੇ ਕਿ ਕਿਵੇਂ ਗਿਆਨ ਸੁਤੰਤਰਤਾ ਅਤੇ ਮਾਂ ਬੋਲੀ ਦੇ ਉੱਪਰ ਫੋਕਸ ਕਰਕੇ ਹੈ ਨਾ ਉਹ ਇਹਦੇ ਵਿੱਚ ਅੱਛੇ ਤਰੀਕੇ ਨਾਲ ਜਿਹੜਾ ਕਹਿ ਸਕਦੇ ਹਾਂ ਜ਼ਿੰਦਗੀ ਦਾ ਰਸ ਜਿਹੜਾ ਹੈ ਉਸਨੂੰ ਪ੍ਰਾਪਤ ਕਰ ਸਕਦਾ ਹੈ। ਇਹਦੇ ਵਿੱਚ 20 ਲੇਖ ਨੇ। ਸੋ ਪਹਿਲਾ ਲੇਖ ਹੈ ਗਿਆਨ ਹੀ ਪਰਮ ਆਨੰਦ ਹੈ। ਦੂਸਰੀ ਰਚਨਾ ਹੈ ਵਸੇ ਜਿੱਥੇ ਆਜ਼ਾਦੀ ਉਹ ਮੇਰਾ ਦੇਸ਼। ਤੀਸਰਾ ਲੇਖ ਹੈ ਤਿਆਰ ਬਰ ਤਿਆਰ ਰਹਿਣਾ। ਚੌਥੀ ਰਚਨਾ ਹੈ ਮੇਰੀ ਮਾਂ ਬੋਲੀ। ਪੰਜਵਾਂ ਲੇਖ ਹੈ ਜ਼ਿੰਦਗੀ ਦੇ ਅਤੀ ਸੋਹਣੀ ਰਾਸ ਅਤੇ ਛੇਵੀਂ ਰਚਨਾ ਹੈ ਜ਼ਿੰਦਗੀ ਤੇ ਸਾਹਿਤ। ਸੱਤਵੀਂ ਰਚਨਾ ਹੈ ਮਹਾਤਮਾ ਬੁੱਧ। ਅੱਠਵੀਂ ਰਚਨਾ ਹੈ ਖੁਸ਼ੀ ਦੀ ਬੁਨਿਆਦ। ਨੌਵੀਂ ਰਚਨਾ ਹੈ ਮਾਂ ਅਤੇ 10ਵੀਂ ਰਚਨਾ ਹੈ ਕਲਾ ਅਤੇ ਉਹਦਾ ਕਰਤੱਵ। 11ਵੀਂ ਰਚਨਾ ਹੈ ਸਰਹੱਦ ਉੱਤੇ ਖਲੋਤੇ ਸਾਜਨ। 12ਵੀਂ ਰਚਨਾ ਹੈ ਹਿੰਦੂ ਸਿੱਖ ਭਾਈ ਭਾਈ। 13ਵੀਂ ਰਚਨਾ ਹੈ ਬੋਲੀ। 14ਵੀਂ ਰਚਨਾ ਹੈ ਤੂੰ ਲੋਚੇ ਕਿਹੜੀ ਡਾਚੀ ਨੂੰ। 15ਵੀਂ ਰਚਨਾ ਹੈ ਗੁਰੂ ਨਾਨਕ। 16ਵੀਂ ਰਚਨਾ ਹੈ ਅਗਾਹ ਵਧੂ ਸਾਹਿਤ। 17ਵੀਂ ਰਚਨਾ ਹੈ ਪਿਆਰ। 18ਵੀਂ ਰਚਨਾ ਹੈ ਐਟਮ ਸ਼ਕਤੀ ਦੇ ਰੂਬਰੂ ਅਤੇ 19ਵੀਂ ਰਚਨਾ ਹੈ ਸੱਭਿਆਚਾਰ ਅਤੇ 20ਵੀਂ ਰਚਨਾ ਹੈ ਲਿਖਾਰੀ ਦਾ ਕਰਤੱਵ ਅਤੇ ਟੀਚਾ। ਸੇ ਸਾਰੀਆਂ ਜਿਹੜੇ ਲੇਖ ਨੇਗੇ ਜ਼ਿੰਦਗੀ ਦੀ ਰਾਸ ਪੁਸਤਕ ਦੇ ਵਿੱਚ ਨੇ ਜੋ 1957 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਨੈਕਸਟ ਹੈ ਜ਼ਿੰਦਗੀ ਦੀ ਕਵਿਤਾ। ਸੋ ਇਹ ਪ੍ਰਕਾਸ਼ਿਤ ਹੋਈ ਹੈ 1961 ਦੇ ਵਿੱਚ ਔਰ ਇਸ ਪੁਸਤਕ ਦੇ ਵਿੱਚ 21 ਲੇਖ ਜਿਹੜੇ ਉਹ ਸ਼ਾਮਲ ਨੇਗੇ ਔਰ ਇਹ ਪੁਸਤਕ ਲੇਖਕ ਦੇ ਦੁਆਰਾ ਆਪਣੀ ਦਾਦੀ ਨੂੰ ਜਿਹੜਾ ਹੈ ਸਮਰਪਿਤ ਕੀਤੀ ਗਈ ਹੈਗੀ ਆ। ਸੋ ਇਸ ਕਰਕੇ ਜਿਹੜੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਦਾਦੀ ਦੀ ਯਾਦਾਂ ਨੇ ਉਹਨੂੰ ਕੈਲਕੂਲੇਟ ਜਾਂ ਇਨਕਲੂਡ ਕੀਤਾ ਹੈ ਇਸ ਪੁਸਤਕ ਦੇ ਵਿੱਚ। ਸੋ ਇਸ ਦੇ ਵਿੱਚ 21 ਲੇਖ ਨੇ। ਸੋ ਇਹਦੇ ਵਿੱਚ ਪਹਿਲਾ ਲੇਖ ਹੈ ਜ਼ਿੰਦਗੀ ਦੀ ਕਿਪਤਾ। ਦੂਸਰਾ ਹੈ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ। ਤੀਸਰਾ ਹੈ ਲੇਖਕਾਂ ਦਾ ਇਕੱਠ। ਚੌਥੀ ਰਚਨਾ ਹੈ ਕੰਮ ਰਾਣੇ ਦੀ ਕਰਾਮਾਤ ਖੱਡੀ। ਪੰਜਵੀਂ ਰਚਨਾ ਹੈ ਸਾਡੀ ਨਵੀਂ ਤਕੜੀ ਦੁਨੀਆ ਦੇ ਅਸਲ ਬਾਨੀ। ਛੇਵੀਂ ਰਚਨਾ ਹੈ ਨੌਜਵਾਨ ਇਸਤਰੀਆਂ ਅਤੇ ਮਰਦਾਂ ਨੂੰ। ਸੱਤਵੀਂ ਰਚਨਾ ਹੈ ਮੇਰੀ ਪਹਿਲੀ ਕਹਾਣੀ। ਅੱਠਵੀਂ ਰਚਨਾ ਹੈ ਇਸਤਰੀਆਂ ਨਾਲ ਸਲੂਕ ਸੱਭਿਅਤਾ ਦੀ ਪ੍ਰੀਖਿਆ ਹੈ। ਨੌਵੀਂ ਰਚਨਾ ਹੈ ਦਿਲ ਤੰਗਦਾ ਹੈ ਕਾਲੀਆਂ ਮਿਲਾਂ ਤੈਨੂੰ। 10ਵੀਂ ਰਚਨਾ ਹੈ ਆਪਣਾ ਵੱਧ ਤੋਂ ਵੱਧ ਮੁੱਲ ਪਾਉਣਾ ਅਤੇ 11ਵੀਂ ਰਚਨਾ ਹੈ ਅੰਤਕ ਸ਼ਕਤੀ। 12ਵੀਂ ਰਚਨਾ ਹੈ ਜ਼ਿੰਦਗੀ ਦੀ ਸਾਇੰਸ ਅਤੇ 13ਵੀਂ ਰਚਨਾ ਹੈ ਜ਼ਿੰਦਗੀ ਸੱਟਾਂ ਉੱਤੇ ਵੀ ਨਹੀਂ ਰੱਖੀ ਜਾ ਸਕਦੀ ਅਤੇ 14ਵੀਂ ਰਚਨਾ ਹੈ ਸਾਰੀ ਮਨੁੱਖਤਾ ਵਿੱਚ ਉਭਾਰ ਹੈ। 15ਵੀਂ ਰਚਨਾ ਹੈ ਸੇਵਾ ਦੇ ਆਨੰਦ ਅਤੇ ਜਿਉਣ ਦੀ ਖੁਸ਼ੀ ਨੂੰ ਜਾਮ। 16ਵੀਂ ਰਚਨਾ ਹੈ ਸਾਹਿਤ ਸੁੱਖ ਤੇ ਸੌ ਪੁੰਨ ਦਾ ਰਾਜ ਅਤੇ 17ਵੀਂ ਰਚਨਾ ਹੈ ਜ਼ਿੰਦਗੀ ਮਲਕੀਅਤ ਨਹੀਂ ਅਮਾਨਤ ਹੈ। 18ਵੀਂ ਰਚਨਾ ਹੈ ਪਰੀ ਕਹਾਣੀਆਂ ਅਤੇ 19ਵੀਂ ਰਚਨਾ ਹੈ ਮਜ਼ਹਬ ਤੇ ਸਾਇੰਸ ਅਤੇ 20ਵੀਂ ਰਚਨਾ ਹੈ ਪੂਰਨ ਅਮੀਰੀ ਦੇ ਮੂਲ ਅੰਸ਼ ਅਤੇ 21ਵੀਂ ਰਚਨਾ ਹੈ ਸੂਰਜੀ ਸੁਭਾਅ। ਸੋ ਇਹ ਸਾਰੀਆਂ ਰਚਨਾ ਜ਼ਿੰਦਗੀ ਦੀ ਕਵਿਤਾ ਦੇ ਵਿੱਚ ਸ਼ਾਮਲ ਨੇ ਜੋ ਕਿ ਉਹਨਾਂ ਨੇ ਆਪਣੀ ਦਾਦੀ ਨੂੰ ਸਮਰਪਿਤ ਕੀਤੀਆਂ ਸੀਗੀਆਂ। ਨੈਕਸਟ ਹੈ ਜੁਗਾਂ ਪੁਰਾਣੀ ਗੱਲ ਰਚਨਾ। ਸੋ ਇਹ ਰਚਨਾ 1966 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਇਸ ਪੁਸਤਕ ਦੇ ਵਿੱਚ ਲੇਖਕ ਨੇ ਸੁਦੀਪ ਨੂੰ ਇਸ ਪੁਸਤਕ ਨੂੰ ਸਮਰਪਿਤ ਕੀਤਾ ਹੈ। ਇਸ ਪੁਸਤਕ ਦੇ ਵਿੱਚ 15 ਲੇਖ ਨੇਗੇ ਔਰ ਇਹ ਲੇਖ ਜਿਹੜੇ ਨੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਨੇ, ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਜਿਹੜਾ ਲਿਖੇ ਗਏ ਸੀਗੇ। ਸੋ ਪਹਿਲਾ ਲੇਖ ਹੈ ਬ੍ਰਿਸ਼ ਮੁੰਡੇ ਦੀ ਕਹਾਣੀ। ਦੂਸਰਾ ਹੈ ਬ੍ਰਿਸ਼ ਮੁੰਡੇ ਨੇ ਅੱਗ ਲੱਭੀ। ਤੀਸਰਾ ਹੈ ਪਹਿਲਾ ਘਰ। ਚੌਥੀ ਰਚਨਾ ਹੈ ਪਹਿਲਾ ਗਹਿਣਾ ਪਹਿਲਾ ਦੀਵਾ। ਪੰਜਵੀਂ ਰਚਨਾ ਹੈ ਪਹਿਲੀ ਤਸਵੀਰ। ਛੇਵੀਂ ਰਚਨਾ ਹੈ ਪਹਿਲਾ ਮਕਾਨ ਤੇ ਪਹਿਲਾ ਕੁੱਤਾ। ਸੱਤਵੀਂ ਰਚਨਾ ਹੈ ਭਾਂਡੇ ਕੀਕਰ ਬਣੇ। ਅੱਠਵੀਂ ਰਚਨਾ ਹੈ ਤਾਂਬੇ ਦੇ ਹਥਿਆਰ ਅਤੇ ਨੌਵੀਂ ਰਚਨਾ ਹੈ ਪੱਥਰ ਤੋਂ ਲੋਹੇ ਤੱਕ। 10ਵੀਂ ਰਚਨਾ ਹੈ ਪਹਿਲੀ ਘੜੀ। 11ਵੀਂ ਰਚਨਾ ਹੈ ਪਹਿਲਾ ਵੱਡਾ ਬਾਦਸ਼ਾਹ। 12ਵੀਂ ਰਚਨਾ ਹੈ ਇੱਕ ਵੱਡਾ ਆਜ਼ਾਦੀ ਨੇਤਾ ਅਤੇ ਤੀਸਰੀ ਰਚਨਾ ਹਜ਼ਰਤ ਮੂਸਾ ਦਾ ਬਾਲਪਨ। ਤੇ 14ਵੀਂ ਰਚਨਾ ਹੈ ਰੋਮ ਸ਼ਹਿਰ ਦੇ ਬਾਨੀ ਰੋਮਲ ਅਤੇ 15ਵੀਂ ਰਚਨਾ ਹੈ ਸਿਕੰਦਰ ਤੇ ਉਹਦਾ ਘੋੜਾ। ਸੋ ਇਹ ਸਾਰੀਆਂ ਜਿਹੜੀਆਂ ਨੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਲਿਖੀਆਂ ਨੇਗੀਆਂ। ਕਾਫੀ ਇੰਪੋਰਟੈਂਟ ਨੇ, ਕਾਫੀ ਅੱਛੀ ਵੀ ਹੈਗੀ ਆ। ਨੈਕਸਟ ਰਚਨਾ ਹੈ ਜ਼ਿੰਦਗੀ ਦੀ ਡਾਟ। ਸੋ ਇਹ ਪੁਸਤਕ ਪਹਿਲੀ ਵਾਰ 1968 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ। ਕੁੱਲ 19 ਲੇਖ ਜਿਹੜੇ ਇਹਦੇ ਵਿੱਚ ਉਹ ਇਨਕਲੂਡ ਨੇਗੇ ਔਰ ਇਸ ਦੇ ਵਿੱਚ ਲੇਖਕ ਨੇ ਮਨੁੱਖੀ ਜੀਵਨ ਦੀ ਸਫਲਤਾ ਦੇ ਬਾਰੇ ਆਪਣੇ 5 ਸੰਕਲਪ ਜਿਹੜੇ ਨੇ, ਕਨਸੈਪਟ ਜਿਹੜੇ ਨੇ ਉਹ ਪੇਸ਼ ਕੀਤੇ ਨੇ ਕਿ ਮਨੁੱਖੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਜਾਂ ਸਕਸੈਸਫੁਲ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਹੋ ਸਕਦੀ ਹੈ। ਸੋ ਪਹਿਲਾ ਹੈ ਅਰੋਗ ਤੇ ਵੇਖਣਯੋਗ ਸਰੀਰ, ਇਹ ਪਹਿਲਾ ਸਿਧਾਂਤ। ਦੂਸਰਾ ਹੈ ਚੈਨ ਭਰਿਆ ਮਨ। ਤੀਸਰਾ ਹੈ ਉਪਜਾਊ ਸਾਰਥਿਕ ਤੇ ਧਿਆਨਦਾਰ ਵਿਵਹਾਰ। ਚੌਥਾ ਹੈ ਚੰਗੇ ਸੁਆਦਲੇ ਤੇ ਮਾਨਯੋਗ ਸਾਥੀ ਅਤੇ ਪੰਜਵਾਂ ਹੈ ਆਪਣੀ ਚਿਤਾਰੀ ਮੰਜ਼ਿਲ ਦੇ ਦਿਨੋਂ ਦਿਨ ਨੇੜੇ ਹੁੰਦੇ ਜਾਣ ਦੀ ਤਸੱਲੀ। ਸੋ ਇਹ 5 ਜਿਹੜੇ ਸੰਕਲਪ ਨੇਗੇ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਦੁਆਰਾ ਪੇਸ਼ ਕੀਤੇ ਗਏ ਸੀ ਜਿਸ ਦੇ ਵਿੱਚ ਉਹਨਾਂ ਨੇ ਫੋਕਸ ਕੀਤਾ ਸੀ ਕਿ ਜ਼ਿੰਦਗੀ ਦੀ ਜਿਹੜੀ ਡਾਟ ਹੈ, ਜ਼ਿੰਦਗੀ ਨੂੰ ਜਿਹੜਾ ਸਫਲ ਬਣਾਉਣਾ ਹੈ। ਸੋ ਇਹਨਾਂ 5 ਸੰਕਲਪਾਂ ਦੇ ਉੱਪਰ ਚੱਲ ਕੇ ਹੀ ਅਸੀਂ ਪਾ ਸਕਦੇ ਹਾਂ। ਨੈਕਸਟ ਹੈ ਬੰਦੀ ਛੋੜ ਗੁਰੂ ਨਾਨਕ। ਸੋ ਇਹ ਰਚਨਾ 1969 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਔਰ ਇਸ ਪੁਸਤਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਰਬਪੱਖੀ ਮਹਿਮਾ ਨੂੰ ਦ੍ਰਿੜਤਾ ਪਾਉਣ ਵਾਲੇ 12 ਲੇਖ ਨੇ ਜਿਹੜੇ ਉਹ ਸੰਗ੍ਰਹਿਤ ਨੇ, ਸ਼ਾਮਲ ਨੇ ਇਸ ਦੇ ਵਿੱਚ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੇ ਹੈਗੇ ਨੇਗੇ।
ਇਸ ਦੇ ਵਿੱਚ ਗੁਰੂ ਜੀ ਦੇ ਜਨਮ, ਉਦਾਸੀਆਂ, ਉਪਦੇਸ਼ ਤੇ ਬਾਣੀਆਂ ਨੂੰ ਵੀ ਜਿਹੜਾ ਹੈ ਸ਼ਾਮਲ ਕੀਤਾ ਹੈ, ਜੋ ਕਿ ਬੰਦੀ ਛੋੜ ਗੁਰੂ ਨਾਨਕ ਦੇਵ ਵਿੱਚ ਸ਼ਾਮਲ ਹੈਗੇ ਨੇਗੇ। ਸੋ ਇਸ ਦੇ ਵਿੱਚ ਅਗਲੀ ਰਚਨਾ ਆ ਜਾਂਦੀ ਹੈ ਸਰਬਪੱਖੀ ਨਿਆਇਕ। ਸੋ ਇਸ ਦੀ ਜਿਹੜੀ ਪ੍ਰਕਾਸ਼ਨ ਡੇਟ ਹੈ ਉਹ 1970 ਹੈ, ਯਾਨੀ ਕਿ ਇਸ ਤੋਂ ਅਗਲੇ ਸਾਲ ਜਿਹੜਾ ਹੈ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਔਰ ਇਸ ਪੁਸਤਕ ਦੇ ਵਿੱਚ ਗੁਰਸਿੱਖੀ ਦੀ ਮਹਿਮਾ ਅਤੇ ਮਹੱਤਵ ਨੂੰ ਜਿਹੜਾ ਹੈ ਪੇਸ਼ ਕੀਤਾ ਗਿਆ ਹੈ ਕਿ ਗੁਰਸਿੱਖੀ ਕੀ ਹੈ, ਉਸ ਦੀ ਮਹਿਮਾ ਕੀਤੀ ਗਈ ਹੈ ਅਤੇ ਉਸ ਦਾ ਜਿਹੜਾ ਮਹੱਤਵ ਵੀ ਦੱਸਿਆ ਗਿਆ ਹੈਗਾ। ਇਸ ਪੁਸਤਕ ਦੇ ਵਿੱਚ 12 ਲੇਖ ਨੇਗੇ ਔਰ ਇਹ ਲੇਖ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੇ ਬਾਰੇ ਵਿਆਖਿਆ ਕਰਦੇ ਹੈਗੇ ਨੇ ਕਿ ਐਕਚੁਅਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ, ਪਰਸਨੈਲਿਟੀ ਜਿਹੜੀ ਹੈ ਉਹ ਕਿਹੋ ਜਿਹੀ ਹੈਗੀ ਆ। ਔਰ ਪੁਸਤਕ ਦੇ ਅੰਤ ਦੇ ਵਿੱਚ ਲੇਖਕ ਦਾ ਇੱਕ ਨਾਟਕ ਹੈ ਦੋ ਰਾਤਾਂ, ਸੋ ਉਹ ਵੀ ਇਸੇ ਦੇ ਵਿੱਚ ਹੀ ਜਿਹੜਾ ਇਨਕਲੂਡ ਹੈਗਾ। ਇਹ ਵੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਹੀ ਸੰਬੰਧਿਤ ਇੱਕ ਲੇਖ ਸੀਗਾ। ਨੈਕਸਟ ਰਚਨਾ ਹੈ ਨਵੀਆਂ ਤਕਦੀਰਾਂ ਦੀ ਫੁੱਲ ਕਿਆਰੀ। ਸੋ ਇਹ ਰਚਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੇ 3ਵੀਂ ਵਾਰਤਕ ਪੁਸਤਕ ਹੈ, ਜੋ ਕਿ ਆਖਰੀ ਆਪਾਂ ਕਹਿ ਸਕਦੇ ਹੈਗੇ, ਜੋ ਕਿ ਆਖਰੀ ਪੁਸਤਕ ਮੰਨੀ ਜਾਂਦੀ ਹੈ ਇਹਨਾਂ ਦੀ, ਜੋ ਉਹਨਾਂ ਦੇ ਦੇਹਾਂਤ ਤੋਂ ਉਪਰੰਤ ਯਾਨੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੈ ਪ੍ਰਕਾਸ਼ਿਤ ਹੋਈ ਸੀਗੀ 1978 ਦੇ ਵਿੱਚ। ਔਰ ਪੁਸਤਕ ਦੇ ਵਿੱਚ ਲੇਖਕ ਨੇ ਸੋਵੀਅਤ ਰੂਸ ਦੇ ਬਾਰੇ ਪ੍ਰਭਾਵ ਜਿਹੜੇ ਨੇ ਉਹ ਅੰਕਿਤ ਕੀਤੇ ਸੀਗੇ, ਸੋਵੀਅਤ ਰੂਸ ਦੇ ਬਾਰੇ ਜਿਹੜਾ ਇਹਨਾਂ ਨੇ ਦੱਸਿਆ ਸੀਗਾ। ਇਸ ਤੋਂ ਅਗਲੀ ਰਚਨਾ ਹੈ ਇਹ ਜੱਗ ਸਾਡਾ ਹੈ। ਸੋ ਇਹ ਰਚਨਾ 1988 ਦੇ ਵਿੱਚ ਜਿਹੜੀ ਆ ਪ੍ਰਕਾਸ਼ਿਤ ਕੀਤੀ ਸੀਗੀ ਔਰ ਇਸ ਪੁਸਤਕ ਦੇ ਵਿੱਚ ਸ੍ਰਿਸ਼ਟੀ ਅਤੇ ਮਨੁੱਖ ਦੇ ਰਿਸ਼ਤੇ ਬਾਰੇ ਜਿਹੜਾ ਹੈ ਲੇਖ ਨੇ ਉਹ ਸੰਕਲਿਤ ਕੀਤੇ ਸੀਗੇ। ਸੋ ਜ਼ਿਆਦਾਤਰ ਇਹਦੇ ਉੱਪਰ ਫੋਕਸ ਕੀਤਾ ਸੀਗਾ ਕਿ ਜਿਹੜੀ ਸ੍ਰਿਸ਼ਟੀ ਹੈ, ਬ੍ਰਹਿਮੰਡ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ ਅਤੇ ਮਨੁੱਖ ਦੇ ਜਿਹੜੇ ਰਿਸ਼ਤੇ ਨੇ ਉਹ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਤੋਂ ਵੱਖ ਹੁੰਦੇ ਜਾ ਰਹੇ ਨੇ ਜਾਂ ਕਿਵੇਂ ਉਹਦੇ ਵਿੱਚ ਤਬਦੀਲੀ ਆ ਰਹੀ ਹੈ, ਉਸ ਪੁਸਤਕ ਦੇ ਬਾਰੇ ਇਹ ਜੱਗ ਸਾਡਾ ਹੈ ਵਿੱਚ ਕਾਫੀ ਅੱਛੇ ਨਾਲ ਉਹਨਾਂ ਨੇ ਲਿਖਿਆ ਸੀਗਾ। ਔਰ ਇਸ ਪੁਸਤਕ ਦੇ ਵਿੱਚ ਕੁੱਲ ਜਿਹੜੇ ਨੇ 27 ਲੇਖ ਨੇਗੇ। ਅਗਲੀ ਰਚਨਾ ਹੈ ਜਿਨ੍ਹਾਂ ਦੇ ਰਾਹੀਂ ਲੇਖਕ ਨੇ ਸਾਡੇ ਜੀਵਨ ਦੇ ਹਰ ਖੇਤਰ ਦੇ ਵਿੱਚ ਡੂੰਘਾ ਅਸਰ ਕਰਕੇ ਭਰਮ ਭੁਲੇਖਾਂ ਦਾ ਜਿਹੜਾ ਖੰਡਨ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਾਡੇ ਜੀਵਨ ਦੇ ਵਿੱਚ ਸ਼ਾਮਲ ਆਏ ਨੇ ਅਤੇ ਭਰਮ ਭੁਲੇਖੇ ਜਿਹੜੇ ਪੈ ਰਹੇ ਨੇ ਰਿਸ਼ਤਿਆਂ ਦੇ ਵਿੱਚ ਉਹਦੇ ਬਾਰੇ ਜਿਹੜਾ ਸਾਨੂੰ ਦੱਸਿਆ ਹੈਗਾ। ਓਕੇ, ਸੋ ਇਹ ਸੀ ਸਾਡਾ ਇਹਦਾ ਟੌਪਿਕ ਜੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ ਰਿਲੇਟਡ ਸੀ। ਸੋ ਕਾਫੀ ਡੀਪਲੀ ਸੀ, ਕਾਫੀ ਵਾਸਟ ਵੀ ਸੀਗਾ। ਸੋ ਦੋ ਪਾਰਟ ਬਣੇ ਨੇ। ਸੋ ਪਹਿਲਾ ਜੀਵਨ ਦੇ ਨਾਲ ਸੰਬੰਧ ਸੀ, ਦੂਸਰਾ ਪਾਰਟ ਜਿਹੜਾ ਹੈ ਰਚਨਾਵਾਂ ਦੇ ਨਾਲ ਸੰਬੰਧ ਸੀ। ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਹੈ। ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।